ਹੈਲੋ ਫਰੈਂਡਸ, ਵੈਲਕਮ ਟੂ ਸਟੱਡੀ ਫੋਰ ਐਲਵਸ। ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਮੇਰੇ ਚੈਨਲ ਸਟੱਡੀ ਫੋਰ ਐਲਵਸ ਦੇ ਉੱਪਰ। ਤੇ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਅਸੀਂ ਅਲਕੋਹਲ ਫਿਨੋਲ ਐਂਡ ਈਥਰਸ ਜੋ ਹੈ ਚੈਪਟਰ ਕੰਪਲੀਟ ਕਰ ਚੁੱਕੇ ਹਾਂ। ਤੇ ਉਸ ਤੋਂ ਬਾਅਦ ਹੁਣ ਅਸੀਂ ਸਟਾਰਟ ਕਰਨ ਜਾ ਰਹੇ ਹਾਂ ਐਲਡੀਹਾਈਡਸ ਐਂਡ ਕੀਟੋਨਸ। ਤੇ ਐਲਡੀਹਾਈਡਸ ਐਂਡ ਕੀਟੋਨਸ ਤੋਂ ਬਾਅਦ ਇੱਕ ਨਾਲ ਪਾਰਟ ਹੋਰ ਹੁੰਦਾ ਹੈ ਕਾਰਬੋਕਸਿਲਿਕ ਐਸਿਡਸ, ਉਹ ਵੀ ਜਿਹੜਾ ਹੈ ਅਸੀਂ ਸਟਾਰਟ ਕਰਾਂਗੇ। ਸੋ ਅੱਜ ਦਾ ਜਿਹੜਾ ਟੌਪਿਕ ਰਹੂਗਾ ਆਪਣਾ ਐਲਡੀਹਾਈਡ ਕੀਟੋਨ ਦੇ ਵਿੱਚ ਅਸੀਂ ਗੱਲ ਕਰਾਂਗੇ ਦੈਟ ਇਜ਼ ਨੋਮਨਕਲੇਚਰ ਤੋਂ ਸਟਾਰਟ ਕਰਦੇ ਹੋਏ ਮੂਵ ਕਰਾਂਗੇ ਪ੍ਰੋਪਰਟੀਜ਼ ਵੱਲ ਐਂਡ ਦੈਨ ਮੂਵ ਕਰਾਂਗੇ ਫਿਜ਼ੀਕਲ ਪ੍ਰੋਪਰਟੀਜ਼ ਵੱਲ। ਸੋ ਮਾਸਟਰ ਕੈਡਰ ਕੈਮਿਸਟਰੀ ਤੁਸੀਂ ਦੇਖ ਰਹੇ ਹੋ, ਮਾਸਟਰ ਕੈਡਰ ਕੈਮਿਸਟਰੀ ਦੇ ਅਕੋਰਡਿੰਗ ਜਿਹੜੀ ਹੈ ਮੈਂ ਤਿਆਰੀ ਤੁਹਾਨੂੰ ਕਰਵਾ ਰਹੀ ਹਾਂ। ਸੋ ਇਸ ਦੇ ਵਿੱਚ ਅਸੀਂ ਗੱਲ ਕਰਾਂਗੇ ਐਲਡੀਹਾਈਡ ਦੇ ਕੀਟੋਨ ਦੇ ਨੋਮਨਕਲੇਚਰ ਬਾਰੇ। ਸੋ ਜਾਣ ਲੈਂਦੇ ਹਾਂ ਕੁਝ ਬੇਸਿਕ ਜਿਹੜੇ ਨੇ ਫਾਰਮੂਲਾਸ ਜੋ ਸਾਨੂੰ ਪਤਾ ਹੋਣੇ ਚਾਹੀਦੇ ਨੇ, ਉਹਨਾਂ ਦੀ ਗੱਲ ਕਰ ਲੈਂਦੇ ਹਾਂ। ਸੋ ਸਭ ਤੋਂ ਪਹਿਲਾਂ ਤੁਸੀਂ ਫਾਰਮੂਲਾ ਦੇਖ ਸਕਦੇ ਹੋ ਦੈਟ ਇਜ਼ ਦਿਸ ਪੋਰਸ਼ਨ। ਓਕੇ, ਇਹਦੇ ਵਿੱਚ ਕੀ ਦੇਖ ਰਹੇ ਹੋ ਤੁਸੀਂ? ਇਹ ਫਾਰਮੂਲਾ ਕਿਹਦਾ? ਦੈਟ ਇਜ਼ ਮਿਥੇਨਲ ਦਾ। ਐਲਡੀਹਾਈਡ ਦਾ ਜਿਹੜਾ ਸਿੰਬਲ ਹੁੰਦਾ ਹੈ, ਜੇਕਰ ਤੁਸੀਂ ਗੱਲ ਕਰੋ ਫੰਕਸ਼ਨਲ ਗਰੁੱਪ ਦੀ ਗੱਲ ਕਰੋ, ਦੈਟ ਇਜ਼ CHO। ਦੇਖੋ ਇਹਦੇ ਪਿੱਛੇ ਕੀ ਲੱਗਿਆ ਹੋਇਆ, ਦਿਸ ਇਜ਼ CHO। ਇਸ ਕਰਕੇ ਇੱਕ ਕਾਰਬਨ ਹੈ, ਇਸ ਕਰਕੇ ਇਹਦਾ ਨਾਮ ਹੋ ਗਿਆ ਮਿਥੇਨਲ। ਠੀਕ ਹੈ ਜੀ। ਅਗਰ ਇਸ ਕੰਪਾਊਂਡ ਦੀ ਗੱਲ ਕਰੀਏ, ਇਹਨੂੰ ਕਿੱਦਾਂ ਨੇਮਿੰਗ ਕਰਾਂਗੇ? ਨੇਮਿੰਗ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਬ੍ਰਾਂਚਿੰਗ ਹੋਈ ਹੋਈ ਹੈ। ਤਾਂ ਜੇਕਰ ਜਿਹੜਾ CHO ਗਰੁੱਪ ਹੈ, ਫੰਕਸ਼ਨਲ ਗਰੁੱਪ ਐਲਡੀਹਾਈਡ ਦਾ, ਉਹਨੂੰ ਨੰਬਰਿੰਗ 1 ਕਰੋਗੇ, 2 3 4। 2 ਪੋਜੀਸ਼ਨ ਤੇ ਤੁਸੀਂ ਦੇਖ ਰਹੇ ਹੋ ਮਿਥਾਈਲ ਗਰੁੱਪ ਲੱਗਿਆ ਹੋਇਆ, ਸੋ ਇਹਦਾ ਨਾਮ ਕੀ ਬਣ ਜਾਊਗਾ? 2 ਮਿਥਾਈਲ ਬਿਊਟਾਨਲ। ਬਿਊਟਾਨਲ ਕਿਉਂ ਆਇਆ? ਕਿਉਂਕਿ 4 ਕਾਰਬਨ ਸੀ। ਓਕੇ, ਚੇਨ ਵਾਲੇ ਕਾਰਬਨ ਦੇਖਣੇ ਹੁੰਦੇ ਆ, ਇਹ ਵਾਲਾ ਕਾਰਬਨ ਤੁਸੀਂ ਨਹੀਂ ਦੇਖਣਾ ਹੁੰਦਾ ਨੀਚੇ ਵਾਲਾ। ਸੋ ਚੇਨ ਵਾਲੇ ਕਾਰਬਨ ਦੇ ਅਕੋਰਡਿੰਗ 4 ਕਾਰਬਨ ਸੀ, ਤਾਂ ਬਿਊਟੇਨਲ ਜਿਹੜਾ ਹੈ ਬਣ ਜਾਊਗਾ। ਸੋ ਨੈਕਸਟ ਦੇਖਦੇ ਹਾਂ ਜੀ ਆਪਾਂ ਅੱਗੇ। ਜੇਕਰ ਸਾਡੇ ਕੋਲ ਡਬਲ ਬੌਂਡ ਹੋਵੇ, ਠੀਕ ਹੈ ਨਾ, ਫਿਰ ਕਿੱਦਾਂ ਨੇਮਿੰਗ ਕਰਾਂਗੇ? ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਦੈਟ ਇਜ਼ 1 2 3 3 ਕਾਰਬਨਸ ਆਰ ਦੇਅਰ। ਸੋ ਨੇਮ ਇਜ਼ ਪ੍ਰੋਪ ਟੂ ਈਨਲ। ਠੀਕ ਹੈ ਨਾ, ਪ੍ਰੋਪ ਟੂ ਇਨਲ। ਇਨਲ ਮਤਲਬ ਇੱਥੇ ਈਨਲ ਜੋ ਹੈ ਇਹਨੂੰ ਸੈਪਰੇਟ ਕਰੋ, ਈਨ ਅਲ। ਠੀਕ ਹੈ ਨਾ, ਈਨ ਕਿਉਂ ਆਇਆ? ਵਾਈ? ਬਿਕੋਜ਼ ਦੇਅਰ ਇਜ਼ ਡਬਲ ਬੌਂਡ। ਡੈਟ ਇਜ਼ ਤੁਸੀਂ ਦੇਖ ਸਕਦੇ ਹੋ 2 ਤੋਂ ਬਾਅਦ ਡਬਲ ਬੌਂਡ ਸ਼ੁਰੂ ਹੋ ਰਿਹਾ, ਇਸ ਕਰਕੇ ਇਨ ਅਲ। ਅਲ ਕਿਉਂ ਆਇਆ? ਬਿਕੋਜ਼ CHO ਜਿਹੜਾ ਗਰੁੱਪ ਲੱਗਿਆ ਹੋਇਆ। ਸੋ ਇੱਥੇ ਆ ਜਾਓ, ਇਸ ਕੰਪਾਊਂਡ ਦੀ ਗੱਲ ਕਰ ਲੈਂਦੇ ਆ। ਇਹਦੇ ਵਿੱਚ ਵੀ ਸੇਮ ਹੀ ਹੈ, ਤੁਸੀਂ ਦੇਖ ਸਕਦੇ ਹੋ ਇਹਨਾਂ ਦੋਨਾਂ ਨੂੰ, ਇਹ ਸੇਮ ਹੀ ਸੀਗੇ। ਇਹਦੇ ਵਿੱਚ ਕੀ ਹੋਏਗਾ? 1 2 3 4। ਠੀਕ ਹੈ, 2 ਤੋਂ ਬਾਅਦ ਤੁਸੀਂ ਕੀ ਦੇਖ ਰਹੇ ਹੋ? ਡਬਲ ਬੌਂਡ, ਇਸ ਕਰਕੇ ਟੋਟਲ ਜਿਹੜੇ ਕਾਰਬਨ ਨੇ ਦੈਟ ਇਜ਼ 4, ਇਸ ਕਰਕੇ ਨਾਮ ਕੀ ਆ ਜਾਊਗਾ? ਬਿਊਟ ਟੂ ਈਨਲ। ਠੀਕ ਹੈ, ਨੈਕਸਟ ਗੱਲ ਕਰ ਲੈਂਦੇ ਹਾਂ ਥੋੜੇ ਐਰੋਮੈਟਿਕ ਕੰਪਾਊਂਡਸ ਦੀ। ਜੇਕਰ ਅਸੀਂ ਐਲਡੀਹਾਈਡਸ ਦੇ ਵਿੱਚ, ਇਹਦਾ ਕੀ ਨਾਮ ਹੁੰਦਾ ਹੈ? ਅਗਰ ਤੁਹਾਡੇ ਕੋਲ ਬੈਂਜੀਨ ਦੇ ਉੱਪਰ CHO ਲੱਗਿਆ ਹੋਇਆ, ਦਾ ਨਾਮ ਹੁੰਦਾ ਹੈ ਦੈਟ ਇਜ਼ ਬੈਂਜ਼ਲਡੇਹਾਈਡ। ਅਗਰ ਤੁਹਾਡੇ ਕੋਲੇ 2 CHO ਗਰੁੱਪ ਲੱਗੇ ਹੋਏ ਨੇ ਔਰ ਉਹ ਐਡਜੈਸੈਂਟ ਲੱਗੇ ਹੋਏ ਨੇ, ਤਾਂ ਉਹਦਾ ਨਾਮ ਹੁੰਦਾ ਹੈ ਪੈਥੈਲਡੇਹਾਈਡ। ਠੀਕ ਹੈ ਜੀ। ਸੋ ਨੈਕਸਟ ਗੱਲ ਕਰ ਲੈਂਦੇ ਹਾਂ, ਨੈਕਸਟ ਕੰਪਾਊਂਡ ਬਾਰੇ ਜਾਣ ਲੈਂਦੇ ਹਾਂ। ਇਹਦੇ ਵਿੱਚ ਦੇਖੋ ਕੀ ਹੈ, ਇਹਦੇ ਵਿੱਚ ਤੁਸੀਂ ਆਹ ਗਰੁੱਪ ਦੇਖ ਰਹੇ ਹੋ ਹੈ ਨਾ, ਇਹ ਲੱਗਿਆ ਹੋਇਆ ਬੈਂਜੀਨ ਦੇ ਉੱਪਰ। ਸੋ ਤੁਸੀਂ ਨੇਮਿੰਗ ਕਰਨੀ ਹੈ। ਨੇਮਿੰਗ ਤੁਸੀਂ ਉੱਦਾਂ ਚੂਜ਼ ਕਰਨੀ ਹੁੰਦੀ ਹੈ ਕਿ ਜੋ ਹੈ ਨੰਬਰਿੰਗ ਜਿਹੜੀ ਹੈ ਇੱਕ ਲੌਂਗ ਚੇਨ ਬਣੇ। ਸੋ ਅਸੀਂ 1 2 3 4 ਇੱਦਾਂ ਸਟਾਰਟ ਕਰ ਲਿਆ। ਠੀਕ ਹੈ ਨਾ, ਸੋ ਇਹਦਾ ਨਾਮ ਕੀ ਬਣੇਗਾ? 3 ਤੇ 3 ਪੋਜੀਸ਼ਨ ਦੇ ਉੱਤੇ ਕੀ ਲੱਗਿਆ ਹੋਇਆ? ਫਿਨਾਈਲ ਗਰੁੱਪ। ਇਹ ਫਿਨਾਈਲ ਗਰੁੱਪ ਹੋ ਗਿਆ। 3 ਫਿਨਾਈਲ, ਟੋਟਲ ਕਾਰਬਨ ਕਿੰਨੇ ਸੀ? 4। ਸੋ ਇਹਦਾ ਨਾਮ ਕੀ ਬਣ ਗਿਆ? ਬਿਊਟੇਨਲ। ਠੀਕ ਹੈ ਜੀ। ਸੋ ਨੈਕਸਟ ਗੱਲ ਕਰ ਲੈਂਦੇ ਹਾਂ ਇਹ ਵਾਲੇ ਕੰਪਾਊਂਡ ਦੀ। ਇਹਦੇ ਵਿੱਚ ਤੁਸੀਂ ਦੇਖ ਰਹੇ ਹੋਗੇ ਕਿ ਬੈਂਜੀਨ ਦੇ ਉੱਪਰ ਕੀ ਲੱਗਿਆ ਹੋਇਆ? CH2CHO। ਸੋ 2 ਪੋਜੀਸ਼ਨ ਤੇ ਹੀ ਲੱਗਿਆ ਹੋਇਆ, ਫਿਨਾਈਲ ਲੱਗਿਆ ਹੋਇਆ, ਤੇ ਆਪਣੇ ਕੋਲ ਹੈਗੇ ਕਿੰਨੇ ਕਾਰਬਨ ਨੇ? ਦੈਟ ਇਜ਼ 2 ਨੇ, ਤਾਂ ਇਸ ਕਰਕੇ ਇਥੇਨਲ ਆ ਜਾਏਗਾ। ਸੋ ਨੈਕਸਟ ਆ ਜਾਂਦਾ ਹੈ ਨੈਕਸਟ ਕੰਪਾਊਂਡ। ਜੇਕਰ ਅਸੀਂ ਥੋੜੇ ਕੀਟੋਨਸ ਬਾਰੇ ਜਾਣ ਲਈਏ, ਕੀਟੋਨਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਇਹ ਗਰੁੱਪ ਹੁੰਦਾ ਕੀਟੋਨਿਕ। ਓਕੇ, ਇਹਨੂੰ ਕਿੱਦਾਂ ਰਿਪਰੈਜ਼ੈਂਟ ਕੀਤਾ ਜਾਂਦਾ ਹੈ? ਤੁਹਾਡਾ ਕੀਟੋਨ ਗਰੁੱਪ ਹੋ ਗਿਆ। ਸੋ ਇਹਦੇ ਵਿੱਚ ਕੀ ਹੋਏਗਾ? ਨੇਮਿੰਗ ਕਰਕੇ ਦੇਖਦੇ ਆ ਕਿੰਨੇ ਕਾਰਬਨ ਨੇ। ਦੇਖੋ ਫੰਕਸ਼ਨਲ ਗਰੁੱਪ ਜਿਹੜੇ ਹੁੰਦੇ ਨੇ ਉਹਨਾਂ ਨੂੰ ਨੇਮਿੰਗ ਦੇ ਅਕੋਰਡਿੰਗ ਜਿਹੜਾ ਹੈ ਨੰਬਰ ਘੱਟ ਆਉਣਾ ਚਾਹੀਦਾ। ਠੀਕ ਹੈ ਨਾ, ਤਾਂ ਮੀਨਸ ਜੇਕਰ ਚਾਹੇ ਤੁਸੀਂ ਇਧਰੋਂ ਸਟਾਰਟ ਕਰੋ ਚਾਹੇ ਇਧਰੋਂ ਸਟਾਰਟ ਕਰੋ, ਜੋ CO ਗਰੁੱਪ ਹੈ ਉਹਨੂੰ ਤਾਂ ਨੰਬਰ ਜਿਹੜਾ ਇੱਥੇ 3 ਹੀ ਆਏਗਾ। ਠੀਕ ਹੈ ਨਾ, ਸੋ ਇਧਰੋਂ ਸਟਾਰਟ ਕੀਤਾ ਤਾਂ ਕੀ ਬਣ ਜਾਏਗਾ? ਟੋਟਲ ਕਾਰਬਨ ਹੈਗੇ ਨੇ 5, ਇਸ ਕਰਕੇ ਪੈਂਟਨ 3 ਓਨ। ਠੀਕ ਹੈ ਜੀ। ਸੋ ਨੈਕਸਟ ਦੀ ਗੱਲ ਕਰ ਲੈਂਦੇ ਹਾਂ, ਦੈਟ ਇਜ਼ 2 ਪੋਜੀਸ਼ਨ ਤੇ ਐਂਡ 4 ਪੋਜੀਸ਼ਨ ਤੇ ਮਿਥਾਈਲ ਗਰੁੱਪ ਲੱਗੇ ਹੋਏ ਨੇ 2। ਸੋ ਇਸ ਕਰਕੇ ਇਹਦਾ ਨਾਮ ਕੀ ਬਣ ਜਾਊਗਾ? 2 4 ਡਾਈਮਿਥਾਈਲ ਪੈਂਟੇਨ 3 ਓਨ। ਸੋ ਨੈਕਸਟ ਗੱਲ ਕਰ ਰਹੇ ਨੇ, ਇਹ ਕਾਫੀ ਇੰਪੋਰਟੈਂਟ ਹੈ ਜੀ। ਠੀਕ ਹੈ ਨਾ, ਕਾਫੀ ਜ਼ਿਆਦਾ ਇਹ ਅੱਜ ਯੂਜ਼ ਹੋਏਗਾ। ਸੋ ਇਹਦਾ ਨਾਮ ਤੁਸੀਂ ਜ਼ਰੂਰ ਯਾਦ ਰੱਖਣਾ ਹੈ, ਦੈਟ ਇਜ਼
ਅਗਰ ਬੈਂਜ਼ੀਨ ਦੇ ਨਾਲ ਕੀ ਲੱਗਿਆ ਹੋਵੇ ਉੱਪਰ COCH3, ਇਹਨੂੰ ਕਹਿੰਦੇ ਨੇ ਐਸੀਟੋਫਿਨੋਨ। ਕੀ ਨਾਮ ਹੁੰਦਾ ਇਹਦਾ? ਐਸੀਟੋਫਿਨੋਨ। ਜਾਂ ਫਿਰ ਇਹਨੂੰ ਕੀ ਕਹਿ ਦਿੰਦੇ ਨੇ? ਮਿਥਾਈਲ ਫਿਨਾਈਲ ਕੀਟੋਨ। ਕਿੱਦਾਂ? ਦਿਸ ਇਜ਼ ਮਿਥਾਈਲ, ਦਿਸ ਇਜ਼ ਫਿਨਾਈਲ ਐਂਡ CO ਗਰੁੱਪ ਦੇਖ ਰਹੇ ਹੋ, ਦੈਟ ਇਜ਼ ਕੀਟੋਨ। ਸੋ ਜ਼ਿਆਦਾਤਰ ਕਾਮਨ ਨੇਮ ਇਹਦਾ ਐਸੀਟੋਫਿਨੋਨ ਹੀ ਰਹੇਗਾ, ਇਹ ਤੁਸੀਂ ਲਰਨ ਕਰ ਲਓ। ਹਾਂਜੀ, ਨੈਕਸਟ ਗੱਲ ਕਰ ਲੈਂਦੇ ਹਾਂ ਆਈਸੋਮੈਰਿਜ਼ਮ ਬਾਰੇ। ਜਿਹੜੇ ਐਲਡੀਹਾਈਡ ਤੇ ਕੀਟੋਨਸ ਹੁੰਦੇ ਨੇ ਨਾ, ਬਸ ਇਹਨਾਂ ਦੋਨਾਂ ਪੁਆਇੰਟਸ ਦੇ ਵਿੱਚ ਤੁਸੀਂ ਇਹ ਯਾਦ ਰੱਖਣਾ ਕਿ ਐਲਡੀਹਾਈਡਸ ਜਿਹੜੇ ਨੇ ਸਾਰੇ ਆਈਸੋਮੈਰਿਜ਼ਮ ਸ਼ੋ ਕਰਦਾ ਹੈ, ਬਟ ਸਿਰਫ ਇੱਕ ਪੋਜੀਸ਼ਨ ਆਈਸੋਮੈਰਿਜ਼ਮ ਹੈ ਜਿਹੜਾ ਉਹਨੂੰ ਸ਼ੋ ਨਹੀਂ ਕਰਦਾ, ਬਿਕੋਜ਼ ਜਿਹੜਾ ਇਹ CHO ਗਰੁੱਪ ਹੈ ਟਰਮੀਨਲ ਗਰੁੱਪ ਹੈ, ਸਾਈਡ 'ਤੇ ਹੀ ਲੱਗਦਾ ਇਹ ਗਰੁੱਪ, ਇਸ ਕਰਕੇ ਹੋਰ ਕੋਈ ਵੀ ਪੋਜੀਸ਼ਨ 'ਤੇ ਇਹਨੂੰ ਅਸੀਂ ਨਹੀਂ ਲਗਾ ਸਕਦੇ। ਟਰਮੀਨਲ ਗਰੁੱਪ ਹੋਣ ਕਰਕੇ ਦਾ ਇਹ ਪੋਜੀਸ਼ਨਲ ਆਈਸੋਮੈਰਿਜ਼ਮ ਨੂੰ ਸ਼ੋ ਨਹੀਂ ਕਰਦੇ। ਬਟ ਜਿਹੜੇ ਕੀਟੋਨਸ ਹੁੰਦੇ ਨੇ ਉਹ ਸਾਰੇ ਤਰ੍ਹਾਂ ਦੇ ਜਿਹੜੇ ਆਈਸੋਮੈਰਿਜ਼ਮ ਨੇ ਉਹਨਾਂ ਨੂੰ ਸ਼ੋ ਕਰਦੇ ਨੇ। ਨੈਕਸਟ ਗੱਲ ਕਰ ਲੈਂਦੇ ਹਾਂ ਐਲਡੀਹਾਈਡ ਤੇ ਕੀਟੋਨਸ ਦੀ ਪ੍ਰੈਪਰੇਸ਼ਨ ਮੈਥਡਸ ਬਾਰੇ। ਪ੍ਰੈਪਰੇਸ਼ਨ ਮਤਲਬ ਕਿੱਥੋਂ ਕਿੱਥੋਂ ਅਸੀਂ ਐਲਡੀਹਾਈਡਸ ਨੂੰ ਐਂਡ ਕੀਟੋਨਸ ਨੂੰ ਪ੍ਰਪੇਅਰ ਕਰ ਸਕਦੇ ਹਾਂ। ਦੇਖੋ ਇਹਦੇ ਵਿੱਚ ਅਸੀਂ 3 ਪਾਰਟਸ ਪੜਾਂਗੇ। ਕਿੰਨੇ ਪਾਰਟਸ ਪੜਾਂਗੇ? 1 2 3। 1 ਦੇ ਵਿੱਚ ਅਸੀਂ ਗੱਲ ਕਰਾਂਗੇ ਮੀਨਸ ਜਿਹਦੇ ਵਿੱਚ ਕੀ ਹੋਏਗਾ, ਐਸੀਆਂ ਰਿਐਕਸ਼ਨਸ ਹੋਣਗੀਆਂ ਜਿਹ 'ਚ ਦੋਨੋਂ ਹੀ ਬਣਦੇ ਨੇ, ਐਲਡੀਹਾਈਡਸ ਵੀ ਐਂਡ ਕੀਟੋਨਸ ਵੀ। ਦੂਸਰੇ ਪਾਰਟ ਦੇ ਵਿੱਚ ਅਸੀਂ ਗੱਲ ਕਰਾਂਗੇ ਜਿੱਥੇ ਸਿਰਫ ਔਰ ਸਿਰਫ ਐਲਡੀਹਾਈਡਸ ਬਣਨਗੇ। ਥਰਡ ਪਾਰਟ ਦੇ ਵਿੱਚ ਅਸੀਂ ਗੱਲ ਕਰਾਂਗੇ ਜਿੱਥੇ ਸਿਰਫ ਕੀਟੋਨਸ ਬਣਨਗੇ, ਮੀਨਸ ਉਹੀ ਰਿਐਕਸ਼ਨਸ ਕਰਨੀਆਂ ਨੇ। ਠੀਕ ਹੈ, ਰਿਐਕਸ਼ਨਸ ਸਾਰੀਆਂ ਹੀ ਈਜ਼ੀ ਨੇਗੀਆਂ, ਥੋੜਾ ਧਿਆਨ ਨਾਲ ਸੁਣਿਓ। ਈਜ਼ੀ ਮਤਲਬ ਇਹਨਾਂ ਦੀ ਪ੍ਰੈਕਟਿਸ ਕਰੋਗੇ ਤਾਂ ਤੁਹਾਨੂੰ ਆ ਜਾਣਗੀਆਂ। ਠੀਕ ਹੈ ਜੀ। ਸਭ ਤੋਂ ਪਹਿਲਾਂ ਅਸੀਂ ਅਲਕੋਹਲਸ ਤੋਂ ਜਿਹੜੇ ਨੇ ਐਲਡੀਹਾਈਡਸ ਤੇ ਕੀਟੋਨਸ ਪ੍ਰਪੇਅਰ ਕਰਦੇ ਹਾਂ। ਅਲਕੋਹਲਸ ਦੇ ਵਿੱਚ ਫਰਦਰ ਟਾਈਪ ਹੈ ਅਲਕੋਹਲਸ ਕਿਵੇਂ ਅਲਕੋਹਲਸ ਤੋਂ ਦੇਖੋ, ਫਸਟ ਆਫ ਆਲ ਜੋ ਹੈ ਅਲਕੋਹਲਸ ਨੂੰ ਅਸੀਂ ਅਲਕੋਹਲਸ ਦੀ ਆਕਸੀਡੇਸ਼ਨ ਕਰਵਾਵਾਂਗੇ। ਜਦੋਂ ਅਲਕੋਹਲਸ ਦੀ ਆਕਸੀਡੇਸ਼ਨ ਤੁਸੀਂ ਕਰਵਾਓਗੇ ਤਾਂ ਤੁਹਾਡੇ ਕੋਲੇ ਜਿਹੜਾ ਹੈ ਐਲਡੀਹਾਈਡਸ ਤੇ ਕੀਟੋਨਸ ਜਿਹੜੇ ਨੇ ਉਹ ਬਣ ਕੇ ਆਉਣਗੇ। ਸੋ ਦੇਖ ਸਕਦੇ ਹਾਂ ਜੀ ਆਪਾਂ ਪਹਿਲੀ ਰਿਐਕਸ਼ਨ ਦੇ ਅਕੋਰਡਿੰਗ ਹੀ, ਦੇਖੋ ਦਿਸ ਇਜ਼ ਅਲਕੋਹਲ ਐਂਡ ਇਹਦੀ ਆਕਸੀਡੇਸ਼ਨ ਕਰਵਾਓ। ਆਕਸੀਡੇਸ਼ਨ ਕਰਵਾਉਣ ਵਾਸਤੇ ਸਾਨੂੰ ਕੋਈ ਆਕਸੀਡਾਈਜ਼ਿੰਗ ਏਜੰਟ ਦੀ ਲੋੜ ਹੁੰਦੀ ਆ, ਉਹ ਤੁਸੀਂ ਇਹਦੇ ਵਿੱਚ ਐਡ ਕਰ ਦਿਓ। ਐਡ ਕਰਨ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਕੀ ਬਣ ਗਿਆ, ਦੈਟ ਇਜ਼ ਐਲਡੀਹਾਈਡ। ਇਹ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਹੋਇਆ ਵੀ ਜਦੋਂ ਵੀ ਆਕਸੀਡੇਸ਼ਨ ਕਰਦੇ ਹਾਂ ਆਪਾਂ ਅਲਕੋਹਲ ਦੀ, ਅਲਕੋਹਲ ਚੈਪਟਰ 'ਚ ਹੀ ਦੱਸਿਆ ਸੀਗਾ, CH2OH ਕਾਹਦੇ 'ਚ ਚੇਂਜ ਹੋ ਜਾਂਦਾ ਹੈ? CHO ਦੇ ਵਿੱਚ। ਬਸ ਤੁਸੀਂ ਇੱਕ ਗੱਲ ਯਾਦ ਰੱਖਣੀ ਹੈ, ਆਕਸੀਡੇਸ਼ਨ ਕੇਸ ਦੇ ਵਿੱਚ CH2OH ਕਨਵਰਟ ਹੋ ਜਾਂਦਾ CHO ਦੇ ਵਿੱਚ, CHOH ਕਾਹ 'ਚ ਕਨਵਰਟ ਹੋ ਜਾਂਦਾ CO ਦੇ ਵਿੱਚ। ਤੁਸੀਂ ਦੇਖ ਸਕਦੇ ਹੋ ਤੁਹਾਡੇ ਕੋਲੇ ਐਲਡੀਹਾਈਡ ਪ੍ਰਪੇਅਰ ਹੋ ਚੁੱਕਿਆ। ਜੇਕਰ ਐਰੋਮੈਟਿਕ ਦੀ ਗੱਲ ਕਰੀਏ, ਦਿਸ ਇਜ਼ ਬੈਂਜ਼ਾਈਲ ਕਲੋਰਾਈਡ। ਠੀਕ ਹੈ ਨਾ, ਦਿਸ ਇਜ਼ ਬੈਂਜ਼ਾਈਲ। ਤੁਸੀਂ ਦੇਖ ਸਕਦੇ ਹੋ ਦੀ ਆਕਸੀਡੇਸ਼ਨ ਜਦੋਂ ਤੁਸੀਂ ਕਰੋਗੇ ਤਾਂ ਹੋਏਗਾ ਕੀ, ਇਹਦੇ ਵਿੱਚ ਤੁਸੀਂ ਜਦੋਂ ਆਕਸੀਡੇਸ਼ਨ ਕਰੋਗੇ ਦੀ ਪ੍ਰੈਜ਼ੈਂਸ ਦੇ ਵਿੱਚ, ਤਾਂ ਇੱਥੇ ਕੀ ਆ ਜਾਊਗਾ, ਇਹ ਵਾਲੀ ਜਿਹੜੀ ਪੋਜੀਸ਼ਨ ਆ CH2OH, ਇਹ ਕਾਹਦੇ 'ਚ ਕਨਵਰਟ ਹੋ ਜਾਏਗਾ? ਦੈਟ ਇਜ਼ ਬੈਂਜ਼ੈਲਡੇਹਾਈਡ। ਠੀਕ ਹੈ ਨਾ, ਕਾਹਦੇ 'ਚ ਕਨਵਰਟ ਹੋ ਜਾਊਗਾ? ਬੈਂਜ਼ੈਲਡੇਹਾਈਡ ਦੇ ਵਿੱਚ। ਇਹਦੇ ਕਲੋਰਾਈਡ ਨਹੀਂ ਆਏਗਾ ਬਿਕੋਜ਼ ਦੇਅਰ ਇਜ਼ ਨਾਟ ਕਲੋਰੀਨ ਓਕੇ ਇਨ ਦਿਸ। ਸੋ ਬੈਂਜ਼ਾਈਲ ਨਹੀਂ ਆਏਗਾ, ਬੈਂਜ਼ਾਈਲ ਤਾਂ ਆਏਗਾ ਬਟ ਕਲੋਰਾਈਡ ਨਹੀਂ ਆਏਗਾ, ਇਹਨੂੰ ਕੈਂਸਲ ਕਰ ਲਿਓ। ਠੀਕ ਹੈ ਨਾ। ਸੋ ਇਹਦੇ ਵਿੱਚ ਕੀ ਹੋਊਗਾ, ਇਹ ਰਿਐਕਟੈਂਟ ਦੀ ਜਦੋਂ ਤੁਸੀਂ ਆਕਸੀਡੇਸ਼ਨ ਕਰੋਗੇ ਤਾਂ ਇੱਥੇ ਤੁਹਾਡੇ ਕੋਲੇ ਬੈਂਜ਼ੈਲਡੇਹਾਈਡ ਜਿਹੜਾ ਹੈ ਪ੍ਰਪੇਅਰ ਹੋ ਜਾਏਗਾ। ਇਹ ਵੀ ਇੱਕ ਕੈਟੇਗਰੀ ਆ ਜਾਂਦੀ ਹੈ, ਕਿਸ ਦੀ ਕੈਟੇਗਰੀ ਹੈ ਇਹ? ਦੈਟ ਇਜ਼ ਫਿਨੋਲਿਕ ਕੈਟੇਗਰੀ ਦੇ ਵਿੱਚ ਇਹ ਆ ਜਾਂਦਾ ਹੈ। ਨੈਕਸਟ ਤੁਸੀਂ ਦੇਖ ਸਕਦੇ ਹੋ ਪ੍ਰੋਪੀਨੋਲ ਤੁਸੀਂ ਲਿਆ, ਹੁਣ ਤੁਸੀਂ ਕੀਟੋਨ ਪ੍ਰਪੇਅਰ ਕਰਨਾ ਚਾਹੁੰਦੇ ਹੋ। ਕਿਵੇਂ? ਆਕਸੀਡੇਸ਼ਨ ਕਰਕੇ। ਕਿਹਦੀ ਆਕਸੀਡੇਸ਼ਨ ਕਰੀਏ ਕਿ ਸਾਡੇ ਕੋਲੇ ਕੀ ਜਿਹੜਾ ਹੈ ਪ੍ਰਪੇਅਰ ਹੋਵੇ? ਐਸੀਟੋਨ ਮਤਲਬ ਕੀਟੋਨ। ਹੁਣ ਤੁਸੀਂ ਲਿਆ ਗਾ ਦੈਟ ਇਜ਼ ਪ੍ਰੋਪੀਨੋਲ। ਅਗਰ ਐਗਜ਼ਾਮ ਦੇ ਵਿੱਚ ਪ੍ਰੋਪੀਨੋਲ ਲਿਖਿਆ ਹੋਇਆ ਤੇ ਤੁਹਾਨੂੰ ਕੋਈ ਆਕਸੀਡਾਈਜ਼ਿੰਗ ਏਜੰਟ ਵਿੱਚ ਐਡ ਕੀਤਾ ਹੋਇਆ ਤਾਂ ਤੁਸੀਂ ਸਮਝ ਜਾਣਾ ਹੈ ਵੀ ਜਿਹੜਾ ਇਹ ਵਾਲਾ ਹੈਗਾ CHOH ਕਾਹਦੇ 'ਚ ਕਨਵਰਟ ਹੋ ਜਾਊਗਾ? CO ਦੇ ਵਿੱਚ, ਤੇ ਸਾਡੇ ਕੋਲੇ ਐਸੀਟੋਨ ਦੀ ਫਾਰਮੇਸ਼ਨ ਹੋ ਜਾਏਗੀ। ਨੈਕਸਟ ਹੈ ਕਿ ਸਾਈਕਲੋਹੈਕਸਾਨੋਲ ਜੋ ਹੈ ਤੁਸੀਂ ਦੇਖ ਸਕਦੇ ਹੋ ਸਾਈਕਲੋਹੈਕਸਾਨੋਲ ਹੈ, ਜੋ ਇਹਦੇ ਵਿੱਚ ਡਾਟ ਲੱਗਿਆ ਨਾ ਇਹ ਨਹੀਂ ਆਊਗਾ, ਇੱਥੇ ਕੈਂਸਲ ਕਰ ਲਿਓ, ਇਹ ਡਾਟਸ ਨਹੀਂ ਆਉਣਗੇ। ਠੀਕ ਹੈ ਨਾ, ਇਹਨੂੰ ਵਿਦਆਊਟ ਡਾਟ ਤੁਸੀਂ ਮਤਲਬ ਬਲੈਂਕ ਹੀ ਰੱਖਣਾ ਇਹਨੂੰ ਵਿੱਚੋਂ। ਤਾਂ ਇਹ ਕੀ ਹੈ? ਦਿਸ ਇਜ਼ ਸਾਈਕਲੋਹੈਕਸਾਨੋਲ ਦੀ ਜਦੋਂ ਤੁਸੀਂ ਆਕਸੀਡੇਸ਼ਨ ਕਰੋਗੇ ਤਾਂ ਇਹ ਵਾਲਾ ਜਿਹੜੀ ਉੱਪਰ ਤੁਸੀਂ ਦੇਖ ਰਹੇ ਹੋ OH ਐਂਡ CH, ਠੀਕ ਹੈ, ਕਾਹਦੇ 'ਚ ਕਨਵਰਟ ਹੋ ਜਾਊਗਾ? C ਡਬਲ ਬੌਂਡ O ਦੇ ਵਿੱਚ। ਠੀਕ ਹੈ ਜੀ, ਉਹੀ ਜਿਹੜਾ ਹੈ ਟ੍ਰਿਕ ਤੁਹਾਡੀ ਕੰਮ ਆਏਗੀ ਇੱਥੇ, ਉਹੀ ਤੁਸੀਂ ਯੂਜ਼ ਕਰਨੀ ਹੈ।
ਹਾਂਜੀ, ਸੈਕਿੰਡ ਰਿਐਕਸ਼ਨ ਦੇ ਵਿੱਚ ਕੀ ਹੋ ਰਿਹਾ ਹੈ ਅਸੀਂ ਦੇਖਾਂਗੇ। ਹੁਣ ਅਸੀਂ ਹੁਣੇ ਕੀ ਕੀਤਾ ਸੀ, ਆਕਸੀਡੇਸ਼ਨ ਕੀਤੀ ਸੀ ਅਲਕੋਹਲਸ ਦੀ, ਬਟ ਹੁਣ ਅਸੀਂ ਅਲਕੋਹਲਸ ਦੀ ਕਰਦੇ ਹਾਂ ਡੀਹਾਈਡਰੋਜੀਨੇਸ਼ਨ। ਡੀਹਾਈਡਰੋਜੀਨੇਸ਼ਨ ਮਤਲਬ ਅਸੀਂ H2 ਨੂੰ ਕੀ ਕਰਾਂਗੇ, ਰਿਮੂਵ ਕਰਾਂਗੇ ਕਿਹਦੇ ਵਿੱਚੋਂ, ਦੈਟ ਇਜ਼ ਅਲਕੋਹਲਸ ਦੇ ਵਿੱਚੋਂ। ਇਹ ਵੀ ਆਲਰੇਡੀ ਰਿਐਕਸ਼ਨਸ ਅਸੀਂ ਕਰ ਚੁੱਕੇ ਹਾਂ, ਠੀਕ ਹੈ ਨਾ, ਇਹ ਅਸੀਂ ਕੀਤੀਆਂ ਸੀਗੀਆਂ ਅਲਕੋਹਲ ਦੇ ਵਿੱਚ। ਇੱਥੇ ਕੀ ਬਣਦਾ, ਜਦੋਂ ਉੱਥੇ ਐਲਡੀਹਾਈਡਸ ਦੀ ਫਾਰਮੇਸ਼ਨ ਹੁੰਦੀ ਸੀ, ਕੀਟੋਨ ਦੀ ਫਾਰਮੇਸ਼ਨ ਹੁੰਦੀ ਸੀ, ਠੀਕ ਹੈ ਨਾ, ਉਹੀ ਰਿਐਕਸ਼ਨਸ ਨੇ ਸੇਮ। ਜਦੋਂ ਤੁਸੀਂ 1 ਡਿਗਰੀ ਲੈ ਰਹੇ ਹੋ, 1 ਡਿਗਰੀ ਦੇ ਵਿੱਚ ਤੁਸੀਂ ਕਾਪਰ ਐਡ ਕੀਤਾ ਤਾਂ H2 ਕੀ ਕਰ ਦੋ ਨਾ, ਰਿਮੂਵ ਕਰ ਦੇਣਾ। ਇਹ ਬੌਂਡ ਇੱਥੇ ਆ ਗਿਆ, ਜਿਹੜਾ ਇਹ ਵਾਲਾ ਬੌਂਡ ਹੈ ਬ੍ਰੇਕ ਹੋ ਗਿਆ, ਐਂਡ ਤੁਸੀਂ ਦੇਖ ਸਕਦੇ ਹੋ 1 ਡਿਗਰੀ ਐਲਡੀਹਾਈਡ ਕੀ ਹੋ ਗਏ, ਪ੍ਰਪੇਅਰ ਹੋ ਗਏ। ਜੇਕਰ ਤੁਸੀਂ 2 ਡਿਗਰੀ ਲੈ ਰਹੇ ਹੋ, ਸੇਮ ਤੁਸੀਂ ਕਾਪਰ 573 ਕੈਲਵਿਨ ਤੇ ਕਰ ਰਹੇ ਹੋ, ਤਾਂ ਇਹਦੇ ਵਿੱਚੋਂ ਵੀ ਤੁਸੀਂ ਕੀ ਕਰ ਦੋ, H2 ਜਿਹੜਾ ਹੈ ਰਿਮੂਵ ਕਰ ਦੋ। ਰਿਮੂਵ ਕਰਨ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਤੁਹਾਡੇ ਕੋਲੇ ਐਸੀਟੋਨ ਦੀ ਪ੍ਰੈਪਰੇਸ਼ਨ ਹੋ ਜਾਏਗੀ। ਨੈਕਸਟ ਅਸੀਂ ਗੱਲ ਕਰਦੇ ਹਾਂ ਫਰੋਮ ਦਾ ਕਾਰਬੋਕਸਿਲਿਕ ਐਸਿਡਸ। ਅਸੀਂ ਪ੍ਰਪੇਅਰ ਕਰ ਰਹੇ ਹਾਂ ਐਲਡੀਹਾਈਡਸ ਤੇ ਕੀਟੋਨਸ ਨੂੰ ਫਰੋਮ ਅਲਕੋਹਲਸ। ਅਸੀਂ ਹੁਣ ਤੱਕ ਪੜ੍ਹ ਲਿਆ ਕਿ ਕਰ ਚੁੱਕੇ ਹਾਂ ਅਸੀਂ ਪ੍ਰਪੇਅਰ ਐਲਡੀਹਾਈਡ ਐਂਡ ਕੀਟੋਨ ਫਰੋਮ ਅਲਕੋਹਲਸ। ਹੁਣ ਅਸੀਂ ਗੱਲ ਕਰਦੇ ਹਾਂ ਕਾਰਬੋਕਸਿਲਿਕ ਐਸਿਡ ਦੀ, ਕਿ ਕਾਰਬੋਕਸਿਲਿਕ ਐਸਿਡ ਤੋਂ ਕਿਵੇਂ ਅਸੀਂ ਐਲਡੀਹਾਈਡਸ ਨੂੰ ਪ੍ਰਪੇਅਰ ਕਰ ਸਕਦੇ ਹਾਂ। ਹਾਂਜੀ, ਸਭ ਤੋਂ ਪਹਿਲਾਂ ਤੁਸੀਂ ਦੇਖੋ, ਇੱਕ ਗੱਲ ਯਾਦ ਰੱਖਣੀ ਹੈ, ਇਹ ਦੋਨੋਂ ਕੀ ਨੇ ਤੁਹਾਡੇ ਕੋਲੇ, ਫੋਰਮਿਕ ਐਸਿਡ। ਜਦੋਂ ਫੋਰਮਿਕ ਐਸਿਡ ਨੂੰ ਫੋਰਮਿਕ ਐਸਿਡ 'ਚ ਐਡ ਕਰੋਗੇ ਤਾਂ ਤੁਹਾਡੇ ਕੋਲੇ ਐਲਡੀਹਾਈਡ ਬਣਦਾ ਹੈ। ਜਦੋਂ ਤੁਸੀਂ ਐਸੀਟਿਕ ਐਸਿਡ ਦੇ ਵਿੱਚ ਫੋਰਮਿਕ ਐਸਿਡ ਐਡ ਕਰੋਗੇ ਫਿਰ ਵੀ ਤੁਹਾਡੇ ਕੋਲੇ ਕੀ ਬਣੂਗਾ, ਦੈਟ ਇਜ਼ ਐਲਡੀਹਾਈਡ ਹੀ ਬਣੂਗਾ। ਜਦੋਂ ਵੀ ਤੁਹਾਡੇ ਕੋਲੇ ਕੀ ਹੋਏਗਾ, ਫੋਰਮਿਕ ਐਸਿਡ ਹੋਏਗਾ, ਤੁਹਾਡੇ ਕੋਲੇ ਐਲਡੀਹਾਈਡ ਦੀ ਫਾਰਮੇਸ਼ਨ ਹੋਏਗੀ। ਤਾਂ ਦੇਖ ਲੈਂਦੇ ਹਾਂ ਕਿ ਅਸੀਂ ਫਸਟ ਜਿਹੜਾ ਹੈ ਦੈਟ ਇਜ਼ ਅਸੀਂ ਲਿਆ ਫੋਰਮਿਕ ਐਸਿਡ, ਸੈਕਿੰਡ ਫੋਰਮਿਕ ਐਸਿਡ। ਇਹਦੇ ਵਿੱਚੋਂ ਤੁਸੀਂ ਕੀ ਕਰਨਾ, ਇਧਰੋਂ COH ਤੇ ਇਧਰੋਂ OH ਜਿਹੜਾ ਹੈ ਤੁਸੀਂ ਇਹਨੂੰ ਰਿਮੂਵ ਕਰ ਦੇਣਾ, ਕਿਹਦੀ ਪ੍ਰੈਜ਼ੈਂਸ ਦੇ ਵਿੱਚ, ਮੈਗਨੀਜ਼ ਆਕਸਾਈਡ ਦੀ ਪ੍ਰੈਜ਼ੈਂਸ ਦੇ ਵਿੱਚ। ਐਂਡ ਤੁਸੀਂ ਦੇਖ ਸਕਦੇ ਹੋ ਮਿਥੇਨਲ ਬਣ ਗਿਆ, ਮੀਨਸ ਐਲਡੀਹਾਈਡ। ਰਿਮੂਵ ਕੀ ਕੀ ਕੀਤਾ, ਵਾਟਰ ਐਂਡ CO2, ਠੀਕ ਹੈ ਨਾ, ਇਹ CO2 ਰਿਮੂਵ ਕਰ ਦਿਓ, ਇਹ ਵਾਟਰ ਹੋ ਗਿਆ, ਇਹ ਵਾਟਰ ਰਿਮੂਵ ਕਰ ਦਿਓ, ਤੁਹਾਡੇ ਕੋਲ ਮਿਥੇਨਲ ਬਣੇਗਾ। ਤੇ ਇਹ ਵੀ ਫੋਰਮਿਕ ਐਸਿਡ ਹੈ, ਇੱਕ ਐਸੀਟਿਕ ਐਸਿਡ ਹੈ, ਤਾਂ ਤੁਹਾਡੇ ਕੋਲ ਦੇਖ ਸਕਦੇ ਹੋ ਅਗੇਨ ਕੀ ਬਣ ਜਾਂਦਾ ਹੈਗਾ, ਐਲਡੀਹਾਈਡ ਪਲੱਸ CO2 ਜਿਹੜਾ ਹੈ ਰਿਮੂਵ ਹੋ ਜਾਂਦਾ, ਪਲੱਸ ਵਾਟਰ ਵੀ। ਅਗਰ ਗੱਲ ਕਰੀਏ, ਹੁਣ ਅਸੀਂ ਫੋਰਮਿਕ ਐਸਿਡ ਦੀ ਗੱਲ ਨਹੀਂ ਕਰਦੇ, ਠੀਕ ਹੈ, ਅਸੀਂ ਗੱਲ ਕਰਦੇ ਹਾਂ ਦੋਨੋਂ ਐਸੀਟਿਕ ਐਸਿਡ। ਜਦੋਂ ਵੀ ਤੁਸੀਂ ਦੋਨੋਂ ਐਸੀਟਿਕ ਐਸਿਡ ਲਓਗੇ ਤਾਂ ਤੁਹਾਡੇ ਕੋਲੇ ਐਸੀਟੋਨ ਬਣਦਾ ਹੈ, ਠੀਕ ਹੈ ਨਾ, ਕਿਉਂਕਿ ਇਹਦੇ ਵਿੱਚੋਂ ਦੇਖੋ ਉਹੀ ਪੋਰਸ਼ਨ ਰਿਮੂਵ ਹੋ ਕੇ ਤੁਹਾਡੇ ਕੋਲੇ ਕੀ ਬਣੇਗਾ, ਕੀਟੋਨ ਦੀ ਫਾਰਮੇਸ਼ਨ ਹੋਏਗੀ। ਅਗਰ ਅਸੀਂ ਗੱਲ ਕਰੀਏ, ਇੱਕ ਐਸੀਟਿਕ ਐਸਿਡ ਹੈ ਤੇ ਦੂਸਰਾ ਕੀ ਹੈ, C2H5 CH2 ਥੋੜਾ ਲੌਂਗਰ ਜਿਹੜਾ ਹੈ ਐਸਿਡ ਤੁਸੀਂ ਲਿਆਗਾ, ਤਾਂ ਇਹਦੇ ਨਾਲ ਕੀ ਹੋ ਗਿਆ, ਐਸੀਟਿਕ ਐਸਿਡ ਵੀ ਐਸੀਟਿਕ ਐਸਿਡ ਤੋਂ ਵੱਡਾ ਵਾਲਾ ਕੰਪਾਊਂਡ ਵੀ ਹੈ, ਤੇ ਦੋਨਾਂ ਦੇ ਵਿੱਚੋਂ ਉਹੀ ਪੋਰਸ਼ਨ ਤੁਸੀਂ ਰਿਮੂਵ ਕਰਕੇ ਜੋ ਤੁਹਾਡੇ ਕੋਲੇ ਪੋਰਸ਼ਨ ਬਚੇਗਾ ਉਹ ਕੀ ਹੋਏਗਾ, ਅਗੇਨ ਕੀਟੋਨ ਹੋਏਗਾ, ਠੀਕ ਹੈ ਨਾ। ਫੋਰਮਿਕ ਐਸਿਡ ਤੋਂ ਤੁਹਾਡੇ ਕੋਲੇ ਬਣਦੇ ਨੇ ਕੀ, ਐਲਡੀਹਾਈਡਸ, ਐਂਡ ਐਸੀਟਿਕ ਐਸਿਡ ਵਾਲੇ ਕੇਸ ਤੋਂ ਤੁਹਾਡੇ ਕੋਲ ਬਣਦੇ ਨੇ ਕੀਟੋਨਸ। ਨੈਕਸਟ ਗੱਲ ਕਰ ਲੈਂਦੇ ਹਾਂ ਕਿ ਸਾਨੂੰ ਪਤਾ ਹੈ ਕਿ ਜਿਹੜੇ ਕਾਰਬੋਕਸਿਲਿਕ ਐਸਿਡਸ ਹੁੰਦੇ ਨੇ ਉਹਨਾਂ ਦੇ ਕੈਲਸ਼ੀਅਮ ਸਾਲਟਸ ਦੀ ਗੱਲ ਕਰਦੇ ਹਾਂ। ਇਹ ਆ ਉਹਦਾ ਕੈਲਸ਼ੀਅਮ ਸਾਲਟ। ਕੈਲਸ਼ੀਅਮ ਸਾਲਟ ਦੀ ਅਗਰ ਤੁਸੀਂ ਡਿਸਟੀਲੇਸ਼ਨ ਕਰਦੇ ਹੋ, ਡਿਸਟੀਲੇਸ਼ਨ ਤੋਂ ਬਾਅਦ ਤੁਸੀਂ ਇਹ ਵਾਲਾ ਪੋਰਸ਼ਨ ਅਗਰ ਰਿਮੂਵ ਕਰ ਦਿੰਦੇ ਹੋ ਤੇ ਬਾਕੀ ਪੋਰਸ਼ਨ ਜਿਹੜਾ ਬਚ ਜਾਂਦਾ ਹੈ ਉਹਦੇ ਨਾਲ ਅਟੈਚ ਕਰਾਉਂਦੇ ਹੋ ਤਾਂ ਤੁਹਾਡੇ ਕੋਲੇ ਕੀ ਤਿਆਰ ਹੁੰਦਾ ਹੈਗਾ, ਕੀਟੋਨਸ ਤਿਆਰ ਹੁੰਦੇ ਨੇ, ਮੀਨਸ ਐਸੀਟੋਨ, ਠੀਕ ਹੈ ਜੀ। ਨੈਕਸਟ ਗੱਲ ਕਰਦੇ ਹਾਂ, ਫਸਟ ਅਸੀਂ ਗੱਲ ਕੀਤੀ ਫਰੋਮ ਅਲਕੋਹਲਸ, ਸੈਕਿੰਡ ਅਸੀਂ ਕਾਰਬੋਕਸਿਲਿਕ ਐਸਿਡਸ ਤੋਂ ਵੀ ਐਲਡੀਹਾਈਡ ਕੀਟੋਨ ਪ੍ਰਪੇਅਰ ਕਰ ਲਏ। ਹੁਣ ਅਸੀਂ ਪ੍ਰਪੇਅਰ ਕਰਾਂਗੇ ਫਰੋਮ ਦਾ ਹਾਈਡਰੋਕਾਰਬਨਸ। ਹਾਈਡਰੋਕਾਰਬਨਸ ਦੇ ਵਿੱਚ ਯੂ ਨੋ ਕੀ ਕੀ ਹੁੰਦਾ, ਦੈਟ ਇਜ਼ ਅਲਕੇਨ, ਅਲਕੀਨ, ਅਲਕਾਈਨਸ, ਹੈ ਨਾ। ਸਭ ਤੋਂ ਪਹਿਲਾਂ ਅਸੀਂ ਅਲਕਾਈਨਸ ਨੂੰ ਲੈ ਕੇ ਚੱਲਦੇ ਹਾਂ। ਅਲਕਾਈਨਸ ਤੋਂ ਅਸੀਂ ਐਲਡੀਹਾਈਡਸ ਤੇ ਕੀਟੋਨ ਦੀ ਪ੍ਰੈਪਰੇਸ਼ਨ ਕਰਦੇ ਹਾਂ। ਸੋ ਸਭ ਤੋਂ ਪਹਿਲਾਂ ਹੈਗਾ ਦੈਟ ਇਜ਼ ਬਾਈ ਹਾਈਡਰੇਸ਼ਨ ਆਫ ਐਲਕਾਈਨਸ। ਐਲਕਾਈਨਸ ਦੀ ਹਾਈਡਰੇਸ਼ਨ ਕਰਾਂਗੇ। ਹਾਈਡਰੇਸ਼ਨ ਦਾ ਮਤਲਬ ਹੁੰਦਾ ਹੈ ਕਿ ਤੁਸੀਂ ਕੀ ਕਰਨਾ ਹੈ, ਆਹ ਯਾਦ ਰੱਖਣਾ ਹੁੰਦਾ ਹੈ, ਜਦੋਂ ਵੀ ਅਸੀਂ ਅਲਕਾਈਨਸ ਦੀ ਹਾਈਡਰੇਸ਼ਨ ਕਰਦੇ ਹਾਂ ਤਾਂ ਹਮੇਸ਼ਾ ਜਿਹੜੀ ਹਾਈਡਰੇਸ਼ਨ ਹੁੰਦੀ ਹੈ ਉਹ ਡਾਇਲਿਊਟ ਸਲਫਿਊਰਿਕ ਐਸਿਡ ਇਨ ਵਾਟਰ ਜਿਹੜਾ ਹੈ ਉਹਦੀ ਪ੍ਰੈਜ਼ੈਂਸ ਦੇ ਵਿੱਚ ਹਾਈਡਰੇਸ਼ਨ ਕੀਤੀ ਜਾਂਦੀ ਹੈ। ਔਰ ਜਦੋਂ ਵੀ ਟ੍ਰਿਪਲ ਬੌਂਡ ਦੀ ਹਾਈਡਰੇਸ਼ਨ ਤੁਸੀਂ ਕਰੋਗੇ ਤਾਂ ਪਹਿਲਾਂ ਉਹ ਡਬਲ ਦੇ ਵਿੱਚ ਬ੍ਰੇਕ ਹੋ ਜਾਏਗਾ। ਡਬਲ ਦੇ ਵਿੱਚ ਜਦੋਂ ਬ੍ਰੇਕ ਹੋਊਗਾ ਤਾਂ ਉਸ ਤੋਂ ਬਾਅਦ ਉਹ ਐਲਡੀਹਾਈਡ ਜਾਂ ਕੀਟੋਨ ਦੀ ਫਾਰਮੇਸ਼ਨ ਜਿਹੜਾ ਕਰੇਗਾ। ਸੋ ਸਭ ਤੋਂ ਪਹਿਲਾਂ ਤਾਂ ਅਸੀਂ ਅਲਕਾਈਨ ਲਿਆ, ਠੀਕ ਹੈ ਨਾ, ਉਹਦੇ ਵਿੱਚ ਕੀ ਹੋਇਆ, ਤੁਸੀਂ ਵਾਟਰ ਨੂੰ ਬ੍ਰੇਕ ਕਰਿਓ, ਕੀ ਬਣੇਗਾ, H ਪੋਜ਼ਿਟਿਵ OH ਨੈਗੇਟਿਵ। ਇੱਕ ਜਿਹੜਾ ਪੋਜ਼ਿਟਿਵ ਹੋਏਗਾ H, ਉਹ ਤੁਸੀਂ ਇਹ ਵਾਲੇ ਕਾਰਬਨ ਨਾਲ ਲਗਾ ਦਿਓ, OH ਨੈਗੇਟਿਵ ਇਹਦੇ ਨਾਲ ਲੱਗ ਜੂ, ਠੀਕ ਹੈ, ਬਣ ਗਿਆ, ਇਹ ਫਾਰਮੇਸ਼ਨ ਹੋ ਗਈ। ਸੋ ਨੈਕਸਟ ਇਸ ਕੰਪਾਊਂਡ ਦਾ ਨਾਮ ਹੁੰਦਾ ਵਿਨਾਈਲ ਕਲੋਰਾਈਡ, ਇਸ ਕੰਪਾਊਂਡ ਦਾ,
ਠੀਕ ਹੈ ਨਾ। ਸੋ ਇਹਦੇ ਵਿੱਚੋਂ ਤੁਸੀਂ ਕੀ ਕਰਨਾ ਹੈ, ਤੁਸੀਂ ਜਿਹੜਾ ਡਬਲ ਬੌਂਡ ਹੈ ਉਹਨੂੰ ਵੀ ਅਗੇਨ ਜਿਹੜਾ ਹੈ ਬ੍ਰੇਕ ਕਰਨਾ ਹੈ। ਠੀਕ ਹੈ ਨਾ। ਤਾਂ ਤੁਸੀਂ ਕੀ ਕਰੋਗੇ, ਜਿਹੜਾ ਇਹ ਬੌਂਡ ਹੈ ਨਾ OH ਵਾਲਾ ਬੌਂਡ, ਇਹ ਕੀ ਹੋ ਜਾਏਗਾ, ਸ਼ਿਫਟ ਕਰੇਗਾ ਇੱਧਰ ਦੀ ਤਰਫ, ਤੇ ਇਹ ਵਾਲਾ ਬੌਂਡ ਹੈ ਜਿਹੜਾ ਇਹ ਸ਼ਿਫਟ ਕਰੇਗਾ ਨੈਕਸਟ ਅਗਲੀ ਤਰਫ। ਠੀਕ ਹੈ ਨਾ। ਤਾਂ ਕੀ ਹੋਏਗਾ, ਤੁਸੀਂ ਦੇਖ ਸਕਦੇ ਹੋ ਜਿਹੜਾ ਇਹ H ਹੋਏਗਾ ਇਹ ਇਹਦੇ ਨਾਲ ਆ ਕੇ ਕੀ ਹੈ, ਅਟੈਚ ਹੋ ਗਿਆ, ਐਂਡ ਜਿਹੜਾ ਇਹ ਬੌਂਡ ਸੀ ਇਹ ਡਬਲ ਬੌਂਡ ਉਹ ਬਣ ਗਿਆ। ਸੋ ਇਹਦੇ ਨਾਲ ਕੀ ਹੈ, ਸਾਡੇ ਕੋਲੇ ਕੀ ਤਿਆਰ ਹੋ ਗਿਆ, ਐਲਡੀਹਾਈਡ, ਜਿਹਨੂੰ ਕੀ ਕਹਿੰਦੇ ਆ ਅਸੀਂ, ਐਸੀਟੈਲਡੀਹਾਈਡ। ਠੀਕ ਹੈ ਜੀ। ਸੋ ਨੈਕਸਟ ਗੱਲ ਕਰਦੇ ਹਾਂ, ਜੇਕਰ ਅਸੀਂ ਹੋਰ ਕੋਈ ਐਲਕਾਈਨ ਲੈ ਰਹੇ ਹਾਂ, ਦੇਖੋ ਐਲਕਾਈਨ ਇਹ ਵੀ ਹੈ, ਇਹ ਐਲਕਾਈਨ ਜਿਹੜੀ ਹੈ ਇਹ ਅਨਸਿਮੈਟ੍ਰੀਕਲ ਹੈ। ਉੱਪਰ ਜਿਹੜੀ ਐਲਕਾਈਨ ਸੀ ਉਹ ਸਿਮੈਟ੍ਰੀਕਲ ਸੀ, ਸਿਮੈਟ੍ਰੀਕਲ ਦੇ ਵਿੱਚ ਬੇਸਿਕਲੀ ਜਿਹੜੇ ਨੇ ਐਲਡੀਹਾਈਡਸ ਬਣ ਜਾਂਦੇ ਨੇ, ਐਂਡ ਜਿਹੜੇ ਤੁਸੀਂ ਦੇਖ ਰਹੇ ਹੋ ਅਨਸਿਮੈਟ੍ਰੀਕਲ ਲਓਗੇ, ਅਨਸਿਮੈਟ੍ਰੀਕਲ ਦੇ ਵਿੱਚ ਤੁਹਾਡੇ ਕੋਲੇ ਕੀਟੋਨ ਬਣ ਜਾਣਗੇ। ਬਾਕੀ ਰਿਐਕਸ਼ਨ ਬਿਲਕੁਲ ਸੇਮ ਹੈ, ਟ੍ਰਿਪਲ ਬੌਂਡ ਕਾਹਦੇ 'ਚ ਕਨਵਰਟ ਹੋ ਜਾਂਦਾ ਹੈ, ਡਬਲ ਦੇ ਵਿੱਚ। ਫਿਰ ਇਹ ਹਾਈਡਰੋਜਨ ਨੂੰ ਤੁਸੀਂ ਮੂਵ ਕਰਵਾ ਦਿਓ, ਇਹ ਬੌਂਡ ਹੈ ਜਿਹੜਾ ਸਿੰਗਲ ਬਣ ਜੂ, ਇਹ ਇਹਦੇ ਕੋਲੇ ਆ ਕੇ ਅਟੈਚ ਹੋ ਜਾਊਗਾ, ਤਾਂ ਤੁਸੀਂ ਦੇਖ ਸਕਦੇ ਹੋ ਐਸੀਟੋਨ ਦੀ ਫਾਰਮੇਸ਼ਨ ਜਿਹੜੀ ਹੈ ਤੁਹਾਡੇ ਕੋਲੇ ਹੋ ਜਾਏਗੀ। ਸੋ ਸਭ ਤੋਂ ਪਹਿਲਾਂ ਅਸੀਂ ਕੀ ਕੀਤਾ ਹੈ, ਅਲਕਾਈਨਸ ਦੀ ਹਾਈਡਰੇਸ਼ਨ ਕੀਤੀ ਹੈ। ਹੁਣ ਅਸੀਂ ਇਹੀ ਅਲਕਾਈਨਸ ਜਿਹੜੇ ਨੇ ਇਹਨਾਂ ਦੀ ਹਾਈਡਰੋਬੋਰੇਸ਼ਨ ਕਰਾਂਗੇ। ਹਾਈਡਰੋਬੋਰੇਸ਼ਨ ਕਿਵੇਂ ਹੁੰਦੀ ਹੈ, ਦੇਖੋ ਕੋਈ ਅਲਕਾਈਨ ਲੈ ਲਿਆ, ਸਪੋਜ਼ ਆਈ ਹੈਵ ਦਿਸ ਬੁਟਾਈਨ, ਓਕੇ। ਬੁਟਾਈਨ ਦੇ ਵਿੱਚ ਤੁਸੀਂ ਕੀ ਐਡ ਕਰਨਾ ਹੈ, H ਪੋਜ਼ਿਟਿਵ Br ਨੈਗੇਟਿਵ। ਅਗਰ ਅਸੀਂ ਦੇਖੀਏ ਤਾਂ ਇਹਦੇ ਵਿੱਚ ਕੀ ਹੋਏਗਾ, H ਪੋਜ਼ਿਟਿਵ ਅਸੀਂ ਲਗਾ ਦਾਂਗੇ ਇਹਦੇ ਨਾਲ, Br ਨੈਗੇਟਿਵ ਲਗਾ ਦਾਂਗੇ ਇਹਦੇ ਨਾਲ। ਅਸੀਂ ਐਲਡੀਹਾਈਡ ਤੇ ਕੀਟੋਨ ਪ੍ਰਪੇਅਰ ਕਰਨੇ ਨੇ, ਉਹਦੇ ਵਿੱਚ ਸਾਨੂੰ Br ਦੀ ਲੋੜ ਤਾਂ ਹੈ ਨਹੀਂ। ਸੋ ਇਸ ਕਰਕੇ ਇਸ Br ਨੂੰ ਰਿਮੂਵ ਕਰਨ ਵਾਸਤੇ ਤੁਸੀਂ ਕੀ ਐਡ ਕੀਤਾ, H2O2 ਐਡ ਕੀਤਾ। ਤਾਂ ਹੋਇਆ ਕਿ ਇਹਦੇ ਨਾਲ Br ਦੀ ਜਗ੍ਹਾ ਤੇ ਕੀ ਆ ਗਿਆ, OH। ਹੁਣ ਸਾਨੂੰ ਪਤਾ ਕਿ ਇਹ ਕਾਰਬਨ ਕਾਰਬਨ ਡਬਲ ਬੌਂਡ ਹੈ, ਇਹ ਵੀ ਸਾਡੀ ਰਿਕੁਆਇਰਮੈਂਟ ਨਹੀਂ ਹੈਗੀ ਐਲਡੀਹਾਈਡ ਕੀਟੋਨ ਦੇ ਵਿੱਚ। ਤਾਂ ਅਸੀਂ ਕੀ ਕਰਾਂਗੇ, ਇਹ ਆਕਸੀਜਨ ਜਿਹੜਾ ਹੋਏਗਾ ਨਾ ਇਹਨੂੰ ਸ਼ਿਫਟ ਕਰਾਂਗੇ, ਸੌਰੀ ਹਾਈਡਰੋਜਨ ਨੂੰ ਸ਼ਿਫਟ ਕਰਾਂਗੇ। ਹਾਈਡਰੋਜਨ ਇਹ ਇਲੈਕਟ੍ਰੋਨ ਇੱਥੇ ਗਏ, ਇਹ ਵਾਲਾ ਬੌਂਡ ਬ੍ਰੇਕ ਹੋ ਗਿਆ, ਐਂਡ ਤੁਸੀਂ ਦੇਖ ਸਕਦੇ ਹੋ ਤਾਂ ਫਿਰ ਇਹਦੇ ਕੋਲੇ ਕੀ ਆ ਗਿਆ, ਡਬਲ ਬੌਂਡ ਆਕਸੀਜਨ, ਤੇ ਜਿਹੜਾ ਇਹ ਹਾਈਡਰੋਜਨ ਸੀਗਾ ਇਹ ਹਾਈਡਰੋਜਨ ਕਿੱਥੇ ਚਲਾ ਗਿਆ, ਇਸ ਕਾਰਬਨ ਕੋਲ। ਤੁਸੀਂ ਦੇਖ ਸਕਦੇ ਹੋ ਇੱਥੇ ਦੋ ਜਿਹੜੇ ਨੇ ਹਾਈਡਰੋਜਨ ਹੋ ਚੁੱਕੇ ਨੇ। ਸੋ ਦੈਟ ਇਜ਼ ਇਸ ਦਾ ਨਾਮ ਕੀ ਹੈ, ਬਿਊਟੇਨ 2 ਓਨ, ਮੀਨਸ ਇਹਦਾ ਕੀ ਮਤਲਬ ਹੁੰਦਾ ਹੈ ਕਿ ਇਹ ਕੀ ਦੀ ਫਾਰਮੇਸ਼ਨ ਹੋਗੀ, ਦੈਟ ਇਜ਼ ਕੀਟੋਨ ਦੀ। ਓਕੇ ਜੀ। ਸੋ ਤੁਸੀਂ ਦੇਖ ਸਕਦੇ ਹੋ, ਨੈਕਸਟ ਦੇਖੋ, ਨੈਕਸਟ ਤੁਸੀਂ ਦੇਖੋ ਬਾਏ ਓਜ਼ਨੋਲਿਸਿਸ ਆਫ ਐਲਕੀਨਸ। ਹੁਣ ਐਲਕੀਨਸ ਦੀ ਗੱਲ ਕਰਦੇ ਹਾਂ, ਐਲਕਾਈਨਸ ਤੋਂ ਤਾਂ ਅਸੀਂ ਪ੍ਰਪੇਅਰ ਕਰ ਲਏ, ਹੁਣ ਐਲਕੀਨਸ ਦੀ ਗੱਲ ਕਰਦੇ ਹਾਂ। ਐਲਕਾਈਨਸ ਦੇ ਵਿੱਚ ਤਾਂ ਅਸੀਂ ਹਾਈਡਰੋਬੋਰੇਸ਼ਨ ਤੇ ਹਾਈਡਰੇਸ਼ਨ ਨਾਲ ਕਰ ਲਿਆ, ਬਟ ਐਲਕੀਨਸ ਨੂੰ ਕੀ ਕਰੀਏ, ਐਲਕੀਨਸ ਦੇ ਵਿੱਚ ਕਰੀ ਦੀ ਹੁੰਦੀ ਹੈ ਓਜ਼ਨੋਲਿਸਿਸ। ਠੀਕ ਹੈ, ਓਜ਼ਨੋਲਿਸਿਸ ਮਤਲਬ ਤੁਸੀਂ ਕੀ ਕਰਨਾ ਹੈ, ਐਲਕੀਨ ਲੈਣੀ ਹੈ ਤੇ ਉਹਦੇ ਵਿੱਚ ਕੀ ਕਰਨਾ ਹੈ, ਓਜ਼ੋਨ ਐਡ ਕਰਨਾ ਹੈ। ਠੀਕ ਹੈ ਨਾ। ਓਜ਼ੋਨ ਐਡ ਕਰੇ ਤੋਂ ਕੀ ਹੋ ਜਾਏਗਾ, ਜਦੋਂ ਤੁਸੀਂ ਇਹਦੇ ਵਿੱਚ ਓਜ਼ੋਨ ਐਡ ਕਰੋਗੇ ਨਾ ਤਾਂ ਦੇਖੋ ਆਹ ਕੁਝ ਕੰਪਾਊਂਡ ਬਣੇਗਾ। ਹੁਣ ਇਹ ਕੰਪਾਊਂਡ ਕਿੱਦਾਂ ਬਣਦਾ ਹੈ, ਦੇਖੋ ਜਿਹੜਾ ਜਦੋਂ ਤੁਸੀਂ O3 ਇਹਦੇ ਚ ਐਡ ਕਰੋਗੇ ਨਾ, ਜਿਹੜਾ ਇਹ ਪੋਰਸ਼ਨ ਹੈ ਇਹ ਇੱਧਰ ਆ ਜਾਂਦਾ ਹੈ, ਜਿਹੜਾ ਡਬਲ ਬੌਂਡ ਤੋਂ ਇੱਧਰ ਪੋਰਸ਼ਨ ਹੈ ਉਹ ਇੱਧਰ ਆ ਜਾਂਦਾ ਹੈ। ਬਾਕੀ ਜਿਹੜੇ ਤਿੰਨ ਤੁਸੀਂ ਆਕਸੀਜਨ ਐਡ ਕਰ ਰਹੇ ਹੋ, ਇੱਕ ਆਕਸੀਜਨ ਇਹ ਪਿਆ, ਇੱਕ ਇਹ ਪਿਆ, ਇੱਕ ਇਹ ਪਿਆ, ਬਾਕੀ ਉਸ ਤੋਂ ਬਾਅਦ ਤੁਸੀਂ ਕੀ ਕਰਨੀ ਹੈ, ਬੌਂਡ ਬ੍ਰੇਕੇਜ। ਆ ਬੌਂਡ ਬ੍ਰੇਕੇਜ ਹੋ ਜਾਂਦੀ ਹੈ। ਜਦੋਂ ਬੌਂਡ ਬ੍ਰੇਕ ਹੁੰਦਾ ਹੈ ਤੇ ਇਹ ਵਾਲਾ ਕੰਪਾਊਂਡ ਇੱਕ ਬਣ ਜਾਂਦਾ ਹੈ, ਇਹ ਵਾਲਾ ਕੰਪਾਊਂਡ ਦੂਸਰਾ ਬਣ ਜਾਂਦਾ। ਤੁਸੀਂ ਦੇਖ ਸਕਦੇ ਹੋ ਇਹ ਇੱਕ ਕੰਪਾਊਂਡ ਬਣ ਗਿਆ, ਠੀਕ ਹੈ, ਫਸਟ ਵਨ, ਐਂਡ ਸੈਕਿੰਡ ਵਨ ਜਿਹੜਾ ਹੈ ਉਹ ਤੁਸੀਂ ਦੇਖ ਸਕਦੇ ਹੋ ਸੈਕਿੰਡ ਵਨ ਬਣ ਗਿਆ। ਤਾਂ ਇਹਦੇ ਨਾਲ ਕੀ ਹੁੰਦਾ, ਓਜ਼ਨੋਲਿਸਿਸ ਕਰਨ ਨਾਲ ਜਦੋਂ ਤੁਸੀਂ ਐਲਕੀਨਸ ਦੀ ਕਰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਆ ਪਿਆ ਤੁਹਾਡੇ ਕੋਲੇ ਐਲਡੀਹਾਈਡਸ ਹੈਗਾ, ਇਹ ਵੀ ਐਲਡੀਹਾਈਡ ਹੀ ਹੈ, ਤਾਂ ਤੁਹਾਡੇ ਕੋਲੇ ਐਲਡੀਹਾਈਡਸ ਬਣ ਜਾਂਦੇ ਨੇ। ਠੀਕ ਹੈ। ਜੇਕਰ ਅਸੀਂ ਇੱਕ ਹੋਰ ਐਗਜ਼ਾਮਪਲ ਦੀ ਗੱਲ ਕਰੀਏ ਤਾਂ ਤੁਸੀਂ ਦੇਖ ਸਕਦੇ ਹੋ ਇਹਦੇ ਵਿੱਚ ਸੀ ਦਿਸ ਇਜ਼ ਐਨ ਐਗਜ਼ਾਮਪਲ, ਓਕੇ। ਇਹਦੇ ਵਿੱਚ ਕੀ ਹੋ ਰਿਹਾ ਹੈ, ਇਹ ਵੀ ਸਾਡੇ ਕੋਲ ਇੱਕ ਐਲਕੀਨ ਹੈ। ਐਲਕੀਨ ਦੇ ਵਿੱਚ ਅਸੀਂ O3 ਐਡ ਕੀਤਾ, ਤਾਂ ਜਿਹੜਾ ਡਬਲ ਬੌਂਡ ਤੋਂ ਇਹ ਵਾਲਾ ਪੋਰਸ਼ਨ ਹੈ, ਮੀਨਸ ਇਹ ਪੋਰਸ਼ਨ ਜਿਹੜਾ ਹੈ ਇੱਥੇ ਆ ਜਾਊਗਾ, ਜਿਹੜਾ ਇਹ ਵਾਲਾ ਪੋਰਸ਼ਨ ਹੈ ਇਹ ਇੱਧਰ ਆ ਜਾਊਗਾ, ਸਾਰਾ ਹੀ ਪੋਰਸ਼ਨ ਆ ਜੂ ਦਿਸ ਵਨ ਹੋਲ, ਓਕੇ। ਇਹ ਹੋਲ ਜਿਹੜਾ ਪੋਰਸ਼ਨ ਹੈ ਇਹ ਇੱਧਰ ਆ ਜਾਊਗਾ, ਐਂਡ ਬਾਕੀ O3 ਤੁਸੀਂ ਐਡ ਕੀਤਾ, ਇੱਕ ਇੱਥੇ ਪਿਆ ਉਹ, ਇੱਕ ਇੱਥੇ ਪਿਆ, ਇੱਕ ਇੱਥੇ ਪਿਆ, ਤੇ ਬਾਅਦ ਵਿੱਚ ਤੁਸੀਂ ਕੀ ਕਰ ਦੇਣਾ, ਇਹਦੀ ਬ੍ਰੇਕੇਜ। ਠੀਕ ਹੈ ਨਾ। ਬ੍ਰੇਕੇਜ ਤੋਂ ਬਾਅਦ ਇਹ ਫਸਟ ਵਾਲਾ ਕੰਪਾਊਂਡ ਇੱਥੇ ਬਣ ਜਾਊਗਾ, ਇਹ ਸੈਕਿੰਡ ਵਾਲਾ ਕੰਪਾਊਂਡ ਇੱਥੇ ਬਣ ਜਾਊਗਾ। ਤਾਂ ਤੁਸੀਂ ਦੇਖ ਸਕਦੇ ਹੋ ਇੱਕ ਐਲਡੀਹਾਈਡ ਸਾਡੇ ਕੋਲ ਪ੍ਰਪੇਅਰ ਹੋ ਗਿਆ ਓਜ਼ਨੋਲਿਸਿਸ ਨਾਲ ਐਲਕੀਨਸ ਦੀ, ਐਂਡ ਇੱਕ ਕੀ ਹੋ ਗਿਆ, ਕੀਟੋਨ ਪ੍ਰਪੇਅਰ ਹੋ ਗਿਆ। ਸਮਝ ਆ ਗਿਆ ਨਾ। ਸੋ ਨੈਕਸਟ ਅਸੀਂ ਪੋਰਸ਼ਨ ਕਰ ਰਹੇ ਹਾਂ ਫੋਰਥ ਪਾਰਟ, ਇਹਦੇ ਵਿੱਚ ਚੱਲ ਰਿਹਾ ਇਹ ਪੋਰਸ਼ਨ ਸਾਡਾ, ਦੈਟ ਇਜ਼
ਹਾਈਡਰੋਕਾਰਬਨਸ। ਓਕੇ, ਹਾਈਡਰੋਕਾਰਬਨਸ ਮੀਨ ਅਲਕਾਈਨਸ ਤੋਂ, ਐਲਕੀਨਸ ਤੋਂ। ਨੈਕਸਟ ਹੈਗਾ ਵੈਕਰਸ ਪ੍ਰੋਸੈਸ। ਦੇਖੋ ਵੈਕਰਸ ਪ੍ਰੋਸੈਸ ਜਿਹੜਾ ਹੈਗਾ ਇਹ ਵੀ ਐਲਕੀਨਸ ਦੇ ਨਾਲ ਹੀ ਮਤਲਬ ਇਹਦਾ ਲਿੰਕ ਹੈਗਾ ਇਸ ਪ੍ਰੋਸੈਸ ਦਾ। ਇਹਦੇ ਵਿੱਚ ਮੇਨ ਰੀਏਜੈਂਟ ਤੁਸੀਂ ਯਾਦ ਕਰਨੇ ਨੇ। ਪਹਿਲਾਂ ਰੀਏਜੈਂਟ ਹੁੰਦੇ ਨੇ ਇਹਦੇ ਵਿੱਚ, ਦੈਟ ਇਜ਼ ਪੈਲੇਡੀਅਮ ਕਲੋਰਾਈਡ ਐਂਡ ਦੂਸਰਾ ਹੁੰਦਾ ਕਾਪਰ ਕਲੋਰਾਈਡ। ਇਹ ਦੋਨੋਂ ਰੀਏਜੈਂਟ ਤੁਸੀਂ ਯੂਜ਼ ਕਰਨੇ ਨੇ ਐਲਕੀਨ ਦੇ ਵਿੱਚ, ਠੀਕ ਹੈ ਨਾ, ਇਨ ਦੀ ਪ੍ਰੈਜ਼ੈਂਸ ਆਫ ਏਅਰ ਐਂਡ ਆਕਸੀਜਨ। ਤਾਂ ਹੁੰਦਾ ਕੀ ਹੈ, ਤੁਸੀਂ ਦੇਖ ਸਕਦੇ ਹੋ, ਤੁਸੀਂ ਐਲਕੀਨ ਲਈ ਹੈ, ਐਲਕੀਨ ਦੇ ਵਿੱਚ ਵੈਕਰ ਵਾਲੇ ਜਿਹੜੇ ਰੀਏਜੈਂਟਸ ਨੇ ਉਹ ਤੁਸੀਂ ਲੈਣੇ ਆ। that is palladium chloride and that is water। okay, aqueous, ਇੱਥੇ ਇੱਕ word ਆ ਜਾਊਗਾ aqueous। aqueous ਦੇ ਵਿੱਚ ਲੈਣਾ ਤਾਂ ਫਿਰ ਤੁਹਾਨੂੰ water ਵੀ ਲੈਣਾ ਪਊਗਾ, that is copper chloride। ਹੁੰਦਾ ਕੀ ਹੈ, ਜਦੋਂ ਇਹਨਾਂ ਦੋਨਾਂ ਨੂੰ ਤੁਸੀਂ ਰਿਐਕਟ ਕਰਵਾਓਗੇ ਤਾਂ ਤੁਹਾਡੇ ਕੋਲੇ that is ਕਿਹਦੀ ਫਾਰਮੇਸ਼ਨ ਹੁੰਦੀ ਆ, ਐਲਡੇਹਾਈਡਸ ਦੀ। ਸੋ ਵੈਕਰ ਪ੍ਰੋਸੈਸ ਵੀ ਕਾਹਦੇ ਲਈ ਯੂਜ਼ ਕੀਤਾ ਜਾਂਦਾ ਹੈ, ਫॉर द ਪ੍ਰੈਪਰੇਸ਼ਨ ਆਫ ਐਲਡੇਹਾਈਡਸ ਐਂਡ ਕੀਟੋਨਸ। ਜਿਸ ਹਿਸਾਬ ਦਾ ਤੁਸੀਂ ਐਲਕੀਨ ਲੈ ਰਹੇ ਹੋ ਉਸ ਮੁਤਾਬਿਕ ਜਿਹੜਾ ਤੁਹਾਡਾ ਮੇਨ ਪ੍ਰੋਡਕਟ ਜਿਹੜਾ ਬਣ ਕੇ ਆਏਗਾ, ਠੀਕ ਹੈ ਨਾ। ਪ੍ਰੋਪੀਨ ਤੁਸੀਂ ਲਓਗੇ ਤਾਂ ਤੁਹਾਡੇ ਕੋਲੇ ਕੀ ਬਣੇਗਾ, ਦੈਟ ਇਜ਼ ਕੀਟੋਨ ਬਣੇਗਾ, ਠੀਕ ਹੈ ਨਾ। ਦਿਸ ਇਜ਼ ਕੀਟੋਨ ਐਂਡ ਰਿਐਕਸ਼ਨ ਇਜ਼ੈਕਟਲੀ ਸੇਮ ਹੈ ਐਜ਼ ਅਬਵ। ਨੈਕਸਟ ਗੱਲ ਕਰ ਸਕਦੇ ਆਪਾਂ ਡੀ। ਸੋ ਫਰੋਮ ਅਲਕੋਹਲਸ ਅਸੀਂ ਪ੍ਰਪੇਅਰ ਕਰ ਚੁੱਕੇ, ਫਰੋਮ ਕਾਰਬੋਕਸਿਲਿਕ ਐਸਿਡ ਅਸੀਂ ਪ੍ਰਪੇਅਰ ਕਰ ਚੁੱਕੇ, ਫਰੋਮ ਹਾਈਡਰੋਕਾਰਬਨ ਪ੍ਰਪੇਅਰ ਕਰ ਚੁੱਕੇ। ਹੁਣ ਅਸੀਂ ਗੱਲ ਕਰਦੇ ਹਾਂ ਜੈਮ ਡਾਈਹੈਲਾਈਡਸ ਦੀ। ਜੈਮ ਡਾਈਹੈਲਾਈਡਸ ਕੀ ਹੁੰਦੇ ਨੇ, ਦੇਖੋ ਦੈਟ ਇਜ਼ ਇਹ ਹੁੰਦਾ ਜੈਮ ਡਾਈਹੈਲਾਈਡਸ। ਇਹਨੂੰ ਜੈਮ ਡਾਈਹੈਲਾਈਡਸ ਕਿਹਾ ਜਾਂਦਾ ਹੈ। ਜੈਮ ਡਾਈਹੈਲਾਈਡਸ ਦੇ ਵਿੱਚ ਤੁਸੀਂ ਐਲਕਲੀ ਐਡ ਕਰੋਗੇ। ਐਲਕਲੀ ਇਸ ਲਈ ਐਡ ਕਰ ਰਹੇ ਹੋ ਕਿ ਇਹ Cl ਦੀ ਸਾਨੂੰ ਨੀਡ ਨਹੀਂ ਹੈ, ਠੀਕ ਹੈ ਨਾ। ਨੀਡ ਨਹੀਂ ਹੈ ਤੇ ਇੱਥੇ ਸਾਨੂੰ OH ਚਾਹੀਦਾ ਤਾਂ ਅਸੀਂ ਕੋਈ ਐਲਕਲੀ ਐਡ ਕਰ ਦਾਂਗੇ, ਇੱਥੇ OH ਆ ਜਾਊਗਾ। ਇਹਦੇ ਵਿੱਚੋਂ ਤੁਸੀਂ ਰਿਮੂਵ ਕਰਨਾ ਹੁੰਦਾ ਹੈ ਕੀ, ਦੈਟ ਇਜ਼ ਵਾਟਰ। ਇਹਦੇ ਵਿੱਚੋਂ ਵਾਟਰ ਰਿਮੂਵ ਕਰ ਦਿਓ, ਇਹ ਵਾਲਾ ਪੋਰਸ਼ਨ ਰਿਮੂਵ ਕਰ ਸਕਦੇ ਹੋ ਤੁਸੀਂ। ਜਦੋਂ ਵਾਟਰ ਰਿਮੂਵ ਹੋ ਜਾਏਗਾ ਤਾਂ ਤੁਸੀਂ ਦੇਖ ਸਕਦੇ ਹੋ ਰਿਮੇਨਿੰਗ ਦੇ ਵਿੱਚ ਤੁਹਾਡੇ ਕੋਲੇ ਕੀ ਬਣੇਗਾ, ਐਲਡੇਹਾਈਡ ਬਣੇਗਾ। ਸੋ ਉਹ ਵੀ ਡਿਪੈਂਡ ਕਰਦਾ ਕਿ ਤੁਸੀਂ ਕਿੱਦਾਂ ਦਾ ਜੈਮ ਡਾਈਹੈਲਾਈਡ ਲੈ ਰਹੇ ਹੋ। ਜੇਕਰ ਤੁਸੀਂ ਦੋ ਐਲਕਾਈਲ ਗਰੁੱਪ ਵਾਲਾ ਲੈ ਰਹੇ ਹੋ ਤਾਂ ਤੁਹਾਡੇ ਕੋਲੇ ਉਸ ਮੁਤਾਬਿਕ ਹੀ ਜਿਹੜਾ ਹੈ ਪ੍ਰੋਡਕਟ ਬਣੇਗਾ। ਸੇਮ ਤੁਸੀਂ ਐਲਕਲੀ ਲੈ ਰਹੇ ਹੋ ਤਾਂ ਹੋਏਗਾ ਕਿ ਤੁਸੀਂ ਦੇਖ ਸਕਦੇ ਹੋ OH ਗਰੁੱਪ ਲੱਗ ਚੁੱਕੇ ਨੇ ਦੋਨੋਂ Cl ਦੀ ਜਗ੍ਹਾ ਤੇ ਵਾਟਰ ਇਹਦੇ ਵਿੱਚੋਂ ਤੁਸੀਂ ਕੀ ਕਰ ਦੇਣਾ, ਰਿਮੂਵ ਕਰ ਦੇਣਾ। ਤੇ ਜਦੋਂ ਵਾਟਰ ਰਿਮੂਵ ਹੋ ਜਾਏਗਾ ਤੁਸੀਂ ਦੇਖ ਸਕਦੇ ਹੋ ਤੁਹਾਡੇ ਕੋਲੇ ਕਿਹਦੀ ਫਾਰਮੇਸ਼ਨ ਹੋ ਰਹੀ ਹੈ, ਕੀਟੋਨਸ ਦੀ। ਸੋ ਇਹੀ ਤਾਂ ਅਸੀਂ ਫਾਰਮ ਕਰਨਾ ਚਾਹੁੰਦੇ ਹਾਂ ਵੈਕਰਸ ਪ੍ਰੋਸੈਸ ਤੋਂ। ਤੇ ਵੈਕਰਸ ਪ੍ਰੋਸੈਸ ਦੇ ਰੀਏਜੈਂਟਸ ਮੇਨ ਜਿਹੜੇ ਨੇ ਉਹ ਤੁਸੀਂ ਯਾਦ ਰੱਖਿਓ ਉੱਪਰ, ਵੈਕਰਸ ਪ੍ਰੋਸੈਸ ਐਂਡ ਜੈਮ ਡਾਈਹੈਲਾਈਡਸ ਵੀ ਕੀ ਕਰਦੇ ਨੇ ਕਿ ਕਿਹਦੀ ਫਾਰਮੇਸ਼ਨ ਕਰਦੇ ਨੇ, ਦੈਟ ਇਜ਼ ਐਲਡੇਹਾਈਡ ਐਂਡ ਕੀਟੋਨ ਦੀ। ਹਾਂਜੀ, ਹੁਣ ਨੈਕਸਟ ਗੱਲ ਕਰਦੇ ਆਪਾਂ ਆਪਣੇ ਸੈਕਿੰਡ ਪਾਰਟ ਦੀ। ਮੀਨਸ ਜਦੋਂ ਮੈਂ ਸਟਾਰਟਿੰਗ 'ਚ ਕਿਹਾ ਸੀ ਕਿ ਕੁਛ ਰਿਐਕਸ਼ਨਸ ਉਹ ਹੋਣਗੀਆਂ ਜਿਸ 'ਚ ਦੋਨਾਂ ਦੀ ਫਾਰਮੇਸ਼ਨ ਹੋਏਗੀ, ਕੁਛ ਉਹ ਹੋਣਗੀਆਂ ਜਿਸ 'ਚ ਐਲਡੇਹਾਈਡ ਦੀ ਹੋਏਗੀ ਓਨਲੀ ਫਾਰਮੇਸ਼ਨ, ਐਂਡ ਕੁਛ ਰਿਐਕਸ਼ਨਸ ਉਹ ਹੋਣਗੀਆਂ ਜਿਹਦੇ ਵਿੱਚ ਓਨਲੀ ਕੀਟੋਨਸ ਦੀ ਫਾਰਮੇਸ਼ਨ ਹੋਏਗੀ। ਹੁਣ ਇਹ ਉਹ ਰਿਐਕਸ਼ਨਸ ਨੇ ਜਿਹਦੇ ਵਿੱਚ ਅਸੀਂ ਕੀ ਪ੍ਰਪੇਅਰ ਕਰਾਂਗੇ, ਓਨਲੀ ਐਲਡੇਹਾਈਡਸ। ਜਿਹਦੇ ਵਿੱਚ ਸਭ ਤੋਂ ਈਜ਼ੀ ਰਿਐਕਸ਼ਨ ਹੈ ਦੈਟ ਇਜ਼ ਰੋਸਮੰਡ ਰਿਡਕਸ਼ਨ। ਰੋਸਮੰਡ ਰਿਡਕਸ਼ਨ ਨਾਮ ਤੋਂ ਹੀ ਕਲੀਅਰ ਹੈ ਕਿ ਰਿਡਕਸ਼ਨ ਕਰਨੀ ਹੈ ਨਾ। ਤਾਂ ਰਿਡਕਸ਼ਨ ਦੇ ਲਈ ਸਾਨੂੰ ਕੀ ਚਾਹੀਦਾ, ਰਿਡਿਊਸਿੰਗ ਏਜੰਟ। ਬਟ ਸਾਡਾ ਜਿਹੜਾ ਫੇਵਰੇਟ ਕੰਪਾਊਂਡ ਹੈ ਉਹਦਾ ਨਾਮ ਹੈ CH3COCl। ਇਹ ਸਾਡਾ ਫੇਵਰੇਟ ਰਹਿੰਦਾ ਕਿਉਂਕਿ ਇਹ ਬਹੁਤ ਜ਼ਿਆਦਾ ਰਿਪੀਟ ਹੋਇਆ ਹੁਣ ਤੱਕ, ਇਸ ਕਰਕੇ ਇਹਨੂੰ ਕਹਿੰਦੇ ਵੀ ਕੀ ਨੇ, ਐਸਿਡ ਕਲੋਰਾਈਡ ਕਹਿੰਦੇ ਨੇ। ਐਸਿਡ ਕਲੋਰਾਈਡ ਦੇ ਵਿੱਚ ਅਸੀਂ ਰਿਡਿਊਸਿੰਗ ਏਜੰਟ ਯੂਜ਼ ਕਰਨਾ ਹੈ। ਰਿਡਿਊਸਿੰਗ ਏਜੰਟ ਜਦੋਂ ਯੂਜ਼ ਕਰੋਗੇ ਤਾਂ Cl ਜਿਹੜਾ ਹੈ ਇੱਥੋਂ ਰਿਮੂਵ ਹੋ ਜਾਏਗਾ ਤੇ ਇਹਦੇ ਨਾਲ ਕੀ ਲੱਗ ਜਾਏਗਾ, H, ਠੀਕ ਹੈ ਨਾ। ਅਸੀਂ H2 ਐਡ ਕਰ ਰਹੇ ਹਾਂ, ਐਡੀਸ਼ਨ ਆਫ ਹਾਈਡਰੋਜਨ ਇਜ਼ ਕਾਲਡ ਰਿਡਕਸ਼ਨ। ਸੋ H ਜਿਹੜਾ ਹੈ ਇਹਦੀ ਪਲੇਸ ਤੇ ਆ ਜਾਊਗਾ ਤਾਂ ਤੁਸੀਂ ਦੇਖ ਸਕਦੇ ਹੋ ਦਿਸ ਇਜ਼ ਵਾਟ, ਦਿਸ ਇਜ਼ ਐਲਡੇਹਾਈਡ। ਤਾਂ ਇਹ ਐਲਡੇਹਾਈਡ ਬਣ ਗਿਆ, ਠੀਕ ਹੈ ਜੀ। ਸੋ ਜੇਕਰ ਇਹ ਉੱਪਰ ਵਾਲੀ ਸੀ ਰਿਐਕਸ਼ਨ ਐਲੀਫੈਟਿਕ ਨੇਚਰ ਦੀ, ਐਂਡ ਨੀਚੇ ਜੋ ਰਿਐਕਸ਼ਨ ਦੀ ਗੱਲ ਕਰਦੇ ਆ ਇਹ ਐਰੋਮੈਟਿਕ ਨੇਚਰ ਦੇ ਵਿੱਚ ਗੱਲ ਕਰਦੇ ਆ। ਐਰੋਮੈਟਿਕ ਦੇ ਵਿੱਚ ਜੇਕਰ ਤੁਸੀਂ H2 ਐਡ ਕਰੋ, ਮੀਨਸ ਸੇਮ ਰੀਏਜੈਂਟਸ ਲੈ ਕੇ ਤੁਸੀਂ ਇਹਨੂੰ ਐਡ ਕਰਦੇ ਹੋ ਤਾਂ ਅਗੇਨ ਜੋ ਹੈ Cl ਦੀ ਰਿਪਲੇਸਮੈਂਟ ਹੋ ਜਾਂਦੀ ਹੈ ਕਿਹਦੇ ਨਾਲ, H ਨਾਲ। ਤਾਂ H ਜਿਹੜਾ ਹੈ ਇਹਦੀ ਪਲੇਸ ਤੇ ਆ ਜਾਏਗਾ। ਸੋ ਇਹ ਵੀ ਕੀ ਬਣ ਜਾਂਦਾ ਹੈ, ਬੈਂਜ਼ੈਲਡੇਹਾਈਡ। ਇੱਕ ਇਹਦਾ ਨੋਟ ਆ ਜਾਂਦਾ ਰੋਸਮੰਡ ਦੇ ਵਿੱਚ ਕਿ ਬਾਕੀ ਤਾਂ ਸਾਰੇ ਜਿਹੜੇ ਨੇ ਪ੍ਰਪੇਅਰ ਹੋ ਜਾਂਦੇ ਨੇ, ਬਟ ਫਾਰਮੈਲਡੇਹਾਈਡਸ ਜਿਹੜੇ ਨੇ ਇਸ ਰਿਐਕਸ਼ਨ ਦੇ ਨਾਲ, ਮੀਨਸ ਰੋਸਮੰਡ ਰਿਡਕਸ਼ਨ ਦੇ ਨਾਲ ਪ੍ਰਪੇਅਰ ਨਹੀਂ ਹੁੰਦਾ, ਠੀਕ ਹੈ। ਨੈਕਸਟ ਰਿਐਕਸ਼ਨ ਹੈ ਸਟੀਫਨ ਰਿਡਕਸ਼ਨ। ਸਟੀਫਨ ਰਿਡਕਸ਼ਨ ਵੀ ਸੇਮ ਹੀ ਹੈਗੀ ਆ ਰੋਸਮੰਡ ਵਾਂਗੂ। ਇਹਦੇ ਵਿੱਚ ਕੀ ਹੁੰਦਾ, ਜੋ ਸਟਾਰਟਿੰਗ ਪ੍ਰੋਡਕਟ ਜਿਹੜਾ ਹੁੰਦਾ ਦੈਟ ਇਜ਼ ਮਿਥਾਈਲ ਸਾਇਨਾਈਡ। CH3CN ਜਿਹੜਾ ਹੈ ਸਟਾਰਟਿੰਗ ਪ੍ਰੋਡਕਟ ਮੰਨਿਆ ਜਾਂਦਾ ਹੈ। ਅਗੇਨ ਜਿਹੜਾ ਹੈ H2 ਐਡ ਕਰਨਾ ਹੈ ਐਂਡ ਕਿਹਦੀ ਪ੍ਰੈਜ਼ੈਂਸ ਦੇ ਵਿੱਚ, ਦੈਟ ਇਜ਼ SnCl2।
ਹੁੰਦਾ ਕੀ ਹੈ ਇਹਦੇ ਵਿੱਚ ਜੋ ਹੈ ਸੀ ਐਨ ਜਿਹੜਾ ਟ੍ਰਿਪਲ ਬੌਂਡ ਹੈ ਡਬਲ ਦੇ ਵਿੱਚ ਕਨਵਰਟ ਹੁੰਦਾ ਪਹਿਲਾਂ ਤਾਂ, ਤੇ ਦੋਨਾਂ ਦੇ ਨਾਲ ਅਸੀਂ H2 ਐਡ ਕਰ ਰਹੇ, ਇੱਕ H C ਨਾਲ ਅਟੈਚ ਹੋ ਜਾਂਦਾ, ਇੱਕ H N ਨਾਲ ਅਟੈਚ ਹੋ ਜਾਂਦਾ, ਤੁਸੀਂ ਦੇਖ ਸਕਦੇ ਹੋ ਇਹ ਬਣ ਗਿਆ ਮੇਨ ਤੁਹਾਡਾ ਪ੍ਰੋਡਕਟ। ਤੇ ਉਸ ਤੋਂ ਬਾਅਦ ਸਾਡੇ ਕੋਲ ਜਿਹੜਾ ਹੈ ਕੀਟੋਨ ਜਾਂ ਐਲਡੀਹਾਈਡ ਕੁਝ ਬਣਨਾ ਚਾਹੀਦਾ, ਉਹ ਜੇ ਨਹੀਂ ਬਣਿਆ ਤਾਂ ਅਸੀਂ ਕੀ ਚਾਹੁੰਦੇ ਹਾਂ, ਅਸੀਂ ਚਾਹੁੰਦੇ ਹਾਂ ਇਹਦੀ ਹਾਈਡਰੋਲਿਸਿਸ ਕਰਨਾ, ਮੀਨਸ ਇਹਦੇ ਵਿੱਚ ਅਸੀਂ H ਪੋਜ਼ਿਟਿਵ OH ਨੈਗੇਟਿਵ ਐਡ ਕਰ ਦਾਂਗੇ। ਤਾਂ ਉਹ ਜਦੋਂ ਅਸੀਂ ਐਡ ਕਰਾਂਗੇ ਤਾਂ ਜਿਹੜਾ OH ਹੈ ਉਹ ਇਸ ਕਾਰਬਨ ਦੇ ਨਾਲ ਅਟੈਚ ਹੋ ਜਾਏਗਾ, ਤੇ ਜਿਹੜਾ H ਹੈ ਉਹ ਇਸ NH ਦੇ ਨਾਲ ਅਟੈਚ ਹੋ ਜਾਏਗਾ। ਤਾਂ ਤੁਸੀਂ ਦੇਖ ਸਕਦੇ ਹੋ ਅਟੈਚਮੈਂਟ ਜਿਹੜੀ ਇਹਨਾਂ ਦੀ ਹੋ ਚੁੱਕੀ ਹੈ। ਸੋ ਹੁਣ ਇਹਦੇ ਵਿੱਚੋਂ ਤੁਸੀਂ ਕੀ ਕਰਨਾ, ਤੁਹਾਨੂੰ ਇੱਥੇ ਡਬਲ ਬੌਂਡ O ਦੀ ਲੋੜ ਹੈ, ਤਾਂ ਤੁਸੀਂ ਇਹਦੇ ਵਿੱਚੋਂ ਅਮੋਨੀਆ ਜਿਹੜਾ ਹੈਗਾ ਉਹ ਰਿਮੂਵ ਕਰ ਦਿਓ। ਇਹ ਬੌਂਡ ਇੱਥੇ ਸ਼ਿਫਟ ਹੋ ਗਿਆ, ਜਦੋਂ ਇਹ ਬੌਂਡ ਇੱਥੇ ਸ਼ਿਫਟ ਹੋ ਗਿਆ ਕਾਰਬਨ ਦੀ ਜਿਹੜੀ ਵੈਲੈਂਸੀ ਜਿਹੜੀ ਹੈਗੀ ਉਹ ਇਨਕਰੀਜ਼ ਹੋ ਗਈ ਤਾਂ ਫਿਰ ਇਹ ਵਾਲਾ ਬੌਂਡ ਜਿਹੜਾ ਹੈਗਾ ਇੱਥੋਂ ਦੀ ਬ੍ਰੇਕ ਹੋ ਜਾਂਦਾ ਹੈ, ਤੇ ਬ੍ਰੇਕ ਹੋਣ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਅਮੋਨੀਆ ਜਿਹੜਾ ਹੈ ਉਹ ਬਾਹਰ ਚਲਾ ਗਿਆ ਤੇ ਕੀ ਬਣ ਗਿਆ ਸਾਡੇ ਕੋਲੇ ਐਲਡੀਹਾਈਡ। ਸੋ ਯਾਦ ਰੱਖਣਾ ਕਿ ਰੌਸਮੰਡ ਹੋ ਗਿਆ ਜਾਂ ਸਟੀਫਨ ਰਿਡਕਸ਼ਨ ਹੋ ਗਿਆ, ਇਹ ਕਿਹਦੀ ਪ੍ਰੈਪਰੇਸ਼ਨ ਕਰਦੇ ਨੇ, ਐਲਡੀਹਾਈਡਸ ਦੀ, ਸਪੈਸ਼ਲੀ ਫॉर ਐਲਡੀਹਾਈਡਸ। ਨੈਕਸਟ ਹੈਗਾ ਸਾਡੇ ਕੋਲ ਫਰੋਮ ਹਾਈਡਰੋਕਾਰਬਨਸ ਦੀ ਗੱਲ ਕਰ ਲੈਂਦੇ ਹਾਂ। ਇੱਥੇ ਹਾਈਡਰੋਕਾਰਬਨਸ ਅਸੀਂ ਐਲੀਫੈਟਿਕ ਦੀ ਗੱਲ ਨਹੀਂ ਕਰਾਂਗੇ, ਐਰੋਮੈਟਿਕ ਦੀ ਗੱਲ ਕਰਾਂਗੇ ਬੇਸਿਕਲੀ। ਸੋ ਸਾਰੇ ਦੇਖੋ ਤੁਸੀਂ ਕਿ ਇਹ ਟੋਲੂਇਨ ਹੈ, ਠੀਕ ਹੈ ਨਾ, ਟੋਲੂਇਨ ਦਾ ਫਾਰਮੂਲਾ ਹੈ। ਟੋਲੂਇਨ ਦੇ ਵਿੱਚ ਮੈंने ਕੀ ਐਡ ਕੀਤਾ, ਦੈਟ ਇਜ਼ KMNO4। KMNO4 ਦਾ ਕੀ ਕੰਮ ਹੁੰਦਾ ਹੈ, ਇਹ ਵੀ ਇੱਕ ਰਿਡਿਊਸਿੰਗ ਆਕਸੀਡਾਈਜ਼ਿੰਗ ਏਜੰਟ ਹੈ, ਸੌਰੀ ਇਹ ਆਕਸੀਡਾਈਜ਼ਿੰਗ ਏਜੰਟ ਹੈ। ਆਕਸੀਡਾਈਜ਼ਿੰਗ ਏਜੰਟ ਹੈ ਤਾਂ CH3 ਨੂੰ ਕਾਹਦੇ ਚ ਕਨਵਰਟ ਕਰ ਦਿੰਦਾ, ਇਹ CHO ਦੇ ਵਿੱਚ ਕਨਵਰਟ ਕਰ ਦਿੰਦਾ ਹੈ। ਜੇ ਅਗੇਨ ਇਹਦੀ ਅਸੀਂ ਆਕਸੀਡਾਈਜ਼ਿੰਗ ਏਜੰਟ ਮਤਲਬ ਇਹਦੀ ਆਕਸੀਡੇਸ਼ਨ ਕਰੀਏ ਤਾਂ ਕਾਹਦੇ ਚ ਕਨਵਰਟ ਹੋ ਜਾਏਗਾ, COOH ਦੇ ਵਿੱਚ। ਤਾਂ ਤੁਸੀਂ ਦੇਖ ਸਕਦੇ ਹੋ ਕਿ ਇੱਕ ਹਾਈਡਰੋਕਾਰਬਨ ਤੋਂ ਅਸੀਂ ਕੀ ਪ੍ਰਪੇਅਰ ਕਰ ਲਿਆ, ਬੈਂਜ਼ਲਡੇਹਾਈਡ ਪ੍ਰਪੇਅਰ ਕਰ ਲਿਆ। ਸੋ ਨੈਕਸਟ ਰਿਐਕਸ਼ਨ ਹੈ ਇਹਦੇ ਅੰਡਰ ਹੀ ਇਹ ਸਾਰੀਆਂ ਰਿਐਕਸ਼ਨਸ, ਮੀਨਸ ਕਿ ਇਹਦੇ ਅੰਡਰ ਹਾਈਡਰੋਕਾਰਬਨਸ ਦੇ ਅੰਡਰ। ਸੋ ਇਹਦੇ ਵਿੱਚ ਕੀ ਹੈ, ਕਲੋਰੀਨੇਸ਼ਨ ਡਿਸਕਸ ਕਰਦੇ ਹਾਂ। ਟੋਲੂਇਨ ਲਓ, ਉਹਦੇ ਵਿੱਚ ਕੀ ਐਡ ਕਰੋ, ਕਲੋਰੀਨ ਐਡ ਕਰੋ। ਕਲੋਰੀਨ 2 ਨੇ ਨਾ, ਤਾਂ 2 ਜਿਹੜੇ ਨੇ ਕਲੋਰੀਨ ਇੱਥੋਂ 2 ਹਾਈਡਰੋਜਨ ਰਿਮੂਵ ਕਰ ਦਿਓ, ਉਸ ਦੀ ਪਲੇਸ ਤੇ ਜੋ ਹੈ ਤੁਸੀਂ ਦੋਨੋਂ Cl ਲਗਾ ਦਿਓ, ਠੀਕ ਹੈ। Cl ਲਾਗੇ, ਬਟ Cl ਦੀ ਸਾਨੂੰ ਨੀਡ ਨਹੀਂ ਹੈ, ਸਾਨੂੰ ਇੱਥੇ OH ਚਾਹੀਦਾ ਹੈ। OH ਲਿਆਉਣ ਵਾਸਤੇ ਅਸੀਂ ਫਿਰ ਵਾਟਰ ਐਡ ਕਰਾਂਗੇ, ਸਾਡੇ ਕੋਲੇ OH ਜਿਹੜੇ ਨੇ ਉਹ ਆ ਚੁੱਕੇ ਨੇ। ਬਟ ਇੱਥੋਂ ਵੀ ਤੁਸੀਂ ਕੀ ਕਰਨਾ ਹੈ, ਵਾਟਰ ਐਡ ਕੀਤਾ, ਫਿਰ ਵਾਟਰ ਕੀ ਕਰ ਦੇਣਾ ਹੈ, ਰਿਮੂਵ ਕਰ ਦੇਣਾ ਹੈ। ਰਿਮੂਵ ਕਰਨ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਸਾਡੇ ਕੋਲ ਕੀ ਪ੍ਰਪੇਅਰ ਹੋ ਜਾਏਗਾ, ਦੈਟ ਇਜ਼ ਬੈਂਜ਼ਲਡੇਹਾਈਡ। ਨੈਕਸਟ ਦੇਖੋ, ਨੈਕਸਟ ਜਿਹੜੀ ਰਿਐਕਸ਼ਨ ਹੈ ਦੈਟ ਇਜ਼ ਇਟਾਡ ਰਿਐਕਸ਼ਨ। ਇਟਾਡ ਰਿਐਕਸ਼ਨ ਵੀ ਕੀ ਕਰਦਾ ਹੈ, ਟੋਲੂਇਨ ਨੂੰ ਕਨਵਰਟ ਕਰਦਾ ਹੈ ਕਿਹਦੇ ਚ, ਬੈਂਜ਼ਲਡੇਹਾਈਡ, ਠੀਕ ਹੈ ਨਾ। ਸੋ ਬੈਂਜ਼ਲਡੇਹਾਈਡ ਦੇ ਵਿੱਚ ਕਨਵਰਟ ਕਰਦਾ ਹੈ ਕਿਹਨੂੰ, ਦੈਟ ਇਜ਼ ਟੋਲੂਇਨ। ਬਟ ਕਿਹੜਾ ਮੇਨ ਰੀਏਜੈਂਟ ਹੁੰਦਾ ਇਟਾਡ ਦੇ ਵਿੱਚ, ਇਟਾਡ ਰਿਐਕਸ਼ਨ ਦੇ ਵਿੱਚ, ਦੈਟ ਇਜ਼ ਆ ਤੁਸੀਂ ਦੇਖ ਸਕਦੇ ਹੋ ਇਹ ਮੇਨ ਰੀਏਜੈਂਟ ਹੈ ਜੋ ਤੁਹਾਨੂੰ ਯੂਜ਼ ਕਰਨਾ ਪੈਂਦਾ ਹੈ। ਤੇ ਹੁੰਦਾ ਕੀ ਹੈ, ਦੈਟ ਇਜ਼ ਇਹਨੂੰ ਟੋਲੂਇਨ ਨੂੰ ਕਨਵਰਟ ਕਰਦਾ ਕਿਹਦੇ ਵਿੱਚ, ਐਲਡੇਹਾਈਡਸ, ਮੀਨਸ ਐਲਡੇਹਾਈਡ ਨਹੀਂ ਕਹਾਂਗੇ, ਬੈਂਜ਼ਲਡੇਹਾਈਡ, ਓਕੇ। ਸੋ ਹੁੰਦਾ ਕੀ ਹੈ, ਜੇਕਰ ਤੁਸੀਂ ਤੇ KMNO4 ਵੀ ਯੂਜ਼ ਕਰੋਗੇ ਹੈ ਨਾ, ਫਿਰ ਵੀ ਜਿਹੜਾ CH3 ਹੈ ਉਹ CHO ਚ ਕਨਵਰਟ ਹੁੰਦਾ ਹੈ, ਮੀਨਸ ਇਹ ਵੀ ਉਹੀ ਕੰਮ ਕਰਦਾ ਹੈ KMNO4 ਵਾਲਾ ਹੀ, ਓਕੇ ਜੀ। ਸੋ ਇਟਾਡ ਰਿਐਕਸ਼ਨ ਯਾਦ ਕਰ ਲਓ, ਚਾਹੇ ਇਹ ਹੋਵੇ ਤਾਂ ਇਹ ਜਿਹੜਾ ਹੈ ਤੁਹਾਡੇ ਕੋਲ ਪ੍ਰੋਡਕਟ ਬਣ ਜਾਏਗਾ। ਨੈਕਸਟ ਹੈ ਗੈਟਰਮੈਨਸ ਕੋਚ ਰਿਐਕਸ਼ਨ। ਗੈਟਰਮੈਨ ਕੋਚ ਰਿਐਕਸ਼ਨ ਦੇ ਵਿੱਚ ਕੀ ਹੁੰਦਾ ਹੈ, ਬਹੁਤ ਇੰਪੋਰਟੈਂਟ ਰਿਐਕਸ਼ਨ ਹੈ, ਪੇਪਰ ਦੇ ਵਿੱਚ ਆ ਸਕਦੀ ਹੈ ਕਿ ਬੈਂਜੀਨ ਦੇ ਵਿੱਚ ਜੇਕਰ ਅਸੀਂ CO ਐਡ ਕਰਦੇ ਹਾਂ ਇਨ ਦੀ ਪ੍ਰੈਜ਼ੈਂਸ ਆਫ HCl ਐਂਡ ਅਲੂਮੀਨੀਅਮ ਕਲੋਰਾਈਡ, ਓਕੇ। ਤਾਂ ਹੁੰਦਾ ਕੀ ਹੈ, ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਬੈਂਜੀਨ ਜਿਹੜੀ ਹੈਗੀ ਹੈ ਉਹ ਕਾਹਦੇ ਚ ਕਨਵਰਟ ਹੋ ਚੁੱਕੀ ਹੈ, ਦੈਟ ਇਜ਼ ਬੈਂਜ਼ਲਡੇਹਾਈਡ ਦੇ ਵਿੱਚ। ਓਬਵੀਅਸਲੀ C ਅਸੀਂ ਐਡ ਕੀਤਾ ਨਾ, ਇੱਥੇ C ਜਿਹੜਾ ਹੈ ਐਡੀਸ਼ਨਲ C ਲੱਗਦਾ ਫਿਰ ਉੱਪਰ ਆ ਕੇ, ਐਂਡ HCl ਇਹਨੂੰ ਪ੍ਰੈਜ਼ੈਂਸ ਤੇ ਮਤਲਬ ਬੈਂਜ਼ਲਡੇਹਾਈਡ। ਤਾਂ ਜਿਹੜੀ ਗੈਟਰਮੈਨ ਕੋਚ ਰਿਐਕਸ਼ਨ ਹੈ, ਬਸ ਤੁਸੀਂ ਸਿੱਧਾ ਯਾਦ ਰੱਖੋ ਕਿ ਬੈਂਜੀਨ ਤੋਂ ਬੈਂਜ਼ਲਡੇਹਾਈਡ ਨੂੰ ਬਣਾਉਂਦੀ ਹੈ। ਨੈਕਸਟ ਅਸੀਂ ਗੱਲ ਕਰ ਲੈਂਦੇ ਹਾਂ ਹੁਣ ਐਲਡੇਹਾਈਡਸ ਦੀ। ਅਸੀਂ ਗੱਲ ਕਰ ਚੁੱਕੇ ਹਾਂ ਕਿ ਜਿਹਦੇ ਵਿੱਚ ਸਾਰੀਆਂ ਰਿਐਕਸ਼ਨ ਜਿਹੜੀਆਂ ਹੋਣਗੀਆਂ ਐਲਡੇਹਾਈਡਸ ਪ੍ਰਪੇਅਰ ਕਰਨਗੀਆਂ, ਬਟ ਹੁਣ ਅਸੀਂ ਉਹ ਪ੍ਰੈਪਰੇਸ਼ਨ ਮੈਥਡਸ ਕਰਦੇ ਹਾਂ ਜਿਹਦੇ ਵਿੱਚ ਓਨਲੀ ਸਿਰਫ ਕੀ ਬਣ ਗਏ, ਸਾਡੇ ਕੋਲ ਕੀਟੋਨਸ ਬਣ ਗਏ, ਜਿਹਦੇ ਵਿੱਚ ਸਭ ਤੋਂ ਪਹਿਲਾਂ ਫਿਰ ਸਾਡਾ ਫੇਵਰੇਟ ਜਿਹੜਾ ਹੈ ਰਿਐਕਟੈਂਟ ਆ ਚੁੱਕਿਆ, ਦੈਟ ਇਜ਼ ਐਸਾਈਲ ਕਲੋਰਾਈਡਸ। ਐਸਾਈਲ ਕਲੋਰਾਈਡਸ ਤੋਂ ਤੁਸੀਂ ਕਿੱਦਾਂ ਕੀਟੋਨ ਪ੍ਰਪੇਅਰ ਕਰ ਸਕਦੇ ਹੋ, ਦੇਖੋ ਐਸੀਟਾਈਲ ਕਲੋਰਾਈਡ ਸਾਡਾ ਫੇਵਰੇਟ ਜਿਹੜਾ ਕੰਪਾਊਂਡ ਹੈ CH3COCl। ਇਹਦੇ ਵਿੱਚ ਤੁਸੀਂ ਕੀ ਕਰਨਾ ਹੈ ਐਡ, ਕਿ ਤੁਹਾਡੇ ਕੋਲ ਕੀ ਬਣ ਜੇ, ਪ੍ਰੋਪੇਨੋਨ। ਦੇਖੋ ਇਹਦੇ ਕੋਲ ਇੱਕ ਐਲਕਾਈਲ ਗਰੁੱਪ ਹੈ,
ठीक है ना। कीटोन बनाने वास्ते सानू 2 एल्काइल ग्रुप की तो लोड़ हैगी है। तो ये इन्होंने की किया CH3 कैडमियम जिहड़ा है वो ऐड करता। होया कि तो जिहड़ा ये एक CH3 सी इत्थों इहदी प्लेस लै ली है ना, Cl की प्लेस लैके ये बन गया CH3CO CH3 मीनस जो कि हुंदा कीटोन। नैक्सट गल कर लैंने उत्थे असीं एलीफैटिक की गल की है, इत्थे थोड़ी जी असीं एरोमैटिक च गल कर लैंने आ। ਇਹਦੇ ਵਿੱਚ ਉੱਪਰ ਲੱਗਿਆ ਹੋਇਆ COCl, ਠੀਕ ਹੈ ਨਾ। ਸੋ ਇਹਦੇ ਵਿੱਚ ਸੇਮ ਤੁਸੀਂ ਐਡ ਕਰੋਗੇ CH3 ਗਰੁੱਪ ਜਿਹੜਾ ਹੈ ਤਾਂ ਕੀ ਹੋਏਗਾ, ਕਿਹਦੇ ਨਾਲ ਆ ਕੇ ਲੱਗ ਜਾਏਗਾ ਇਹ CH3 ਇਸ Cl ਦੀ ਪਲੇਸ ਜਿਹੜੀ ਹੈਗੀ ਆ ਲੈ ਲੇਗਾ। ਤੇ ਇੱਥੇ ਤੁਸੀਂ ਦੇਖ ਸਕਦੇ ਹੋ ਇਹ ਵਾਲਾ ਜਿਹੜਾ CH3 ਹੈ ਕੱਟ ਦਿਓ, ਇਹ ਨਹੀਂ ਹੈਗਾ ਉਰੇ, ਠੀਕ ਹੈ ਨਾ। ਆਹੀ ਜਿਹੜਾ ਹੈ ਮੇਨ ਤੁਹਾਡਾ ਪ੍ਰੋਡਕਟ ਬਣੇਗਾ। ਓਕੇ, ਸੋ ਇਹਨੂੰ ਕੀ ਕਿਹਾ ਜਾਂਦਾ, ਮੈਂ ਦੱਸਿਆ ਸੀਗਾ ਨੋਮਨਕਲੇਚਰ ਦੇ ਵਿੱਚ ਕਿ ਕਾਫੀ ਇੰਪੋਰਟੈਂਟ ਹੈ, ਇਹਨੂੰ ਐਸੀਟੋਫਿਨੋਨ ਕਿਹਾ ਜਾਂਦਾ ਹੈ, ਠੀਕ ਹੈ ਨਾ। ਦਿਸ ਇਜ਼ ਐਸੀਟੋਫਿਨੋਨ। ਸੋ ਤੁਸੀਂ ਦੇਖ ਸਕਦੇ ਹੋ ਨੈਕਸਟ ਰਿਐਕਸ਼ਨ ਹੈਗੀ ਆ ਗ੍ਰਿਗਨਾਰਡ ਰੀਏਜੈਂਟ। ਜੇਕਰ ਐਸੀਟਾਈਲ ਕਲੋਰਾਈਡ ਦੇ ਵਿੱਚ ਕਹਿੰਦੇ ਗ੍ਰਿਗਨਾਰਡ ਰੀਏਜੈਂਟ ਐਡ ਕਰਦੇ ਆ ਤਾਂ ਕੀ ਹੁੰਦਾ ਹੈ। ਅਗਰ ਐਸੀਟਾਈਲ ਕਲੋਰਾਈਡ ਦੇ ਵਿੱਚ ਤੁਸੀਂ ਗ੍ਰਿਗਨਾਰਡ ਰੀਏਜੈਂਟ ਐਡ ਕਰਦੇ ਹੋ ਤਾਂ ਤੁਹਾਡੇ ਕੋਲੇ ਕੀ ਦੀ ਫਾਰਮੇਸ਼ਨ ਹੁੰਦੀ ਹੈ, ਓਬਵੀਅਸਲੀ ਕਿਹਦੀ, ਕੀਟੋਨ ਦੀ ਹੋਏਗੀ, ਐਸੀਟੋਨ ਦੀ। ਐਸੀਟੋਨ ਦੀਆਂ ਰਿਐਕਸ਼ਨਸ ਚੱਲ ਰਹੀਆਂ ਨੇ ਤਾਂ ਹੁੰਦਾ ਕੀ ਹੈ, ਇਸ Cl ਦੀ ਪਲੇਸ ਕੌਣ ਲੈ ਲੇਗਾ, CH3। ਬਸ ਸਿੰਪਲ ਤੁਹਾਡੇ ਕੋਲੇ ਮੇਨ ਜਿਹੜਾ ਪ੍ਰੋਡਕਟ ਬਣ ਜਾਏਗਾ। ਫਰੋਮ ਨਾਈਟ੍ਰਾਈਲਸ ਦੀ ਗੱਲ ਕਰ ਲੈਂਦੇ ਹਾਂ। ਨਾਈਟ੍ਰਾਈਲਸ ਹੁੰਦੇ ਨੇ ਜਿਵੇਂ CH3CN, ਇਹਦੇ ਵਿੱਚ ਵੀ ਤੁਸੀਂ ਗ੍ਰਿਗਨਾਰਡ ਰੀਏਜੈਂਟ ਐਡ ਕਰਨਾ ਹੈਗਾ, ਠੀਕ ਹੈ। ਐਡ ਕਰਨ ਤੋਂ ਬਾਅਦ ਜਿਹੜਾ ਟ੍ਰਿਪਲ ਬੌਂਡ ਹੈ ਪਹਿਲਾਂ ਡਬਲ 'ਚ ਕਨਵਰਟ ਹੋਏਗਾ ਤਾਂ ਹੋਏਗਾ ਕਿ ਜਿਹੜਾ ਇਹ ਨੈਗੇਟਿਵ ਪਾਰਟ ਹੈ, ਠੀਕ ਹੈ ਨਾ, ਇਹ ਕਿਹਦੇ ਨਾਲ ਅਟੈਚ ਹੋ ਜਾਏਗਾ, ਇਸ ਕਾਰਬਨ ਦੇ ਨਾਲ। ਐਂਡ ਜਿਹੜਾ ਇਹ ਬੌਂਡ ਹੈ ਸ਼ਿਫਟ ਕਰ ਜਾਏਗਾ ਤੇ ਤੁਸੀਂ ਦੇਖ ਸਕਦੇ ਹੋ ਮੇਨ ਪ੍ਰੋਡਕਟ ਜਿਹੜਾ ਇੱਥੇ ਬਣ ਰਿਹਾ। ਤੇ ਹੁਣ ਸਾਨੂੰ ਕੀ ਚਾਹੀਦਾ ਹੈ ਇੱਥੇ, ਦੈਟ ਇਜ਼ ਇੱਥੇ ਸਾਨੂੰ ਚਾਹੀਦਾ ਹੈ ਡਬਲ ਬੌਂਡ ਜਿਹੜਾ ਇੱਥੇ ਅਸੀਂ ਬ੍ਰੇਕ ਕਰਨਾ ਹੈ, ਸਾਨੂੰ N ਦੀ ਰਿਕੁਆਇਰਮੈਂਟ ਨਹੀਂ ਹੈ ਤਾਂ ਤੁਸੀਂ ਇਹਦੇ ਵਿੱਚ H ਪੋਜ਼ੀਟਿਵ OH ਨੈਗੇਟਿਵ ਕੀ ਕਰੋਗੇ, ਐਡ ਕਰ ਦੋਗੇ ਤਾਂ ਹੋਏਗਾ ਕਿ ਜਿਹੜਾ OH ਨੈਗੇਟਿਵ ਆ ਉਹ ਇੱਥੇ ਆ ਕੇ ਅਟੈਚ ਹੋ ਜਾਏਗਾ। ਇਹਦੇ ਕੋਲ ਨੈਗੇਟਿਵ ਚਾਰਜ ਹੈ N ਕੋਲੇ ਤਾਂ ਇਹਦੇ ਨਾਲ ਕੀ ਆ ਕੇ ਅਟੈਚ ਹੋ ਜਾਏਗਾ, ਪੋਜ਼ੀਟਿਵ। ਤਾਂ ਤੁਸੀਂ ਨੀਚੇ ਦੇਖ ਸਕਦੇ ਹੋ ਮੇਨ ਜੋ ਇਸ ਤੋਂ ਬਾਅਦ ਪ੍ਰੋਡਕਟ ਬਣੇਗਾ। ਸੋ ਉਸ ਤੋਂ ਬਾਅਦ ਕੀ ਹੈ, ਸਾਨੂੰ ਕਿਹਦੀ ਰਿਕੁਆਇਰਮੈਂਟ ਹੈ, ਐਸੀਟੋਨ ਦੀ। ਸੋ ਸਾਨੂੰ ਪਤਾ ਹੈ ਕਿ ਇਹ ਬੌਂਡ ਨੂੰ ਸਾਨੂੰ ਬ੍ਰੇਕ ਕਰਨਾ ਪੈਣਾ ਤਾਂ ਇਹ ਬੌਂਡ ਜਿਹੜਾ ਹੈ ਉੱਪਰ ਸ਼ਿਫਟ ਹੋ ਜਾਂਦਾ ਤੇ ਇਹ ਬੌਂਡ ਜਿਹੜਾ ਆਪਣੇ ਇਲੈਕਟ੍ਰੋਨ ਲੈ ਕੇ ਮਤਲਬ NH ਜੋ ਹੈ ਆਪਣੇ ਇਲੈਕਟ੍ਰੋਨਸ ਲੈ ਕੇ ਚਲਾ ਜਾਂਦਾ। ਸੋ ਇਹਦੇ ਨਾਲ ਕੀ ਹੁੰਦਾ ਤੁਸੀਂ ਦੇਖ ਸਕਦੇ ਹੋ ਐਸੀਟੋਨ ਦੀ ਫਾਰਮੇਸ਼ਨ ਹੋ ਜਾਂਦੀ ਹੈ। ਨੈਕਸਟ ਗੱਲ ਕਰਦੇ ਆ ਐਰੋਮੈਟਿਕ ਦੇ ਵਿੱਚ। ਜੇਕਰ CN ਦੀ ਗੱਲ ਕਰੀਏ, ਉੱਪਰ ਸੀ ਐਲੀਫੈਟਿਕ ਤੇ ਇਹਦੇ ਵਿੱਚ ਐਰੋਮੈਟਿਕ ਹੈ। ਇਹਦੇ ਵਿੱਚ ਕੀ ਹੋਏਗਾ, ਦੈਟ ਇਜ਼ ਤੁਸੀਂ ਦੇਖ ਸਕਦੇ ਹੋ ਇਹਦੇ ਵਿੱਚ ਵੀ ਅਸੀਂ ਗ੍ਰਿਗਨਾਰਡ ਰੀਏਜੈਂਟ ਐਡ ਕੀਤਾ ਤੇ ਟ੍ਰਿਪਲ ਬੌਂਡ ਕਾਹਦੇ 'ਚ ਕਨਵਰਟ ਹੋ ਗਿਆ, ਡਬਲ ਬੌਂਡ ਦੇ ਵਿੱਚ ਕਨਵਰਟ ਹੋ ਗਿਆ, ਠੀਕ ਹੈ ਨਾ। ਫਿਰ ਉਸ ਤੋਂ ਬਾਅਦ ਤੁਸੀਂ H ਪੋਜ਼ੀਟਿਵ OH ਨੈਗੇਟਿਵ ਐਡ ਕਰੋਗੇ, ਠੀਕ ਹੈ ਨਾ, ਤਾਂ ਕੀ ਹੋਏਗਾ, ਇਹ ਵਾਲਾ ਸਾਰਾ ਪੋਰਸ਼ਨ ਰਿਮੂਵ ਹੋ ਕੇ ਇੱਥੇ ਕੀ ਲੱਗ ਜਾਏਗਾ, ਡਬਲ ਬੌਂਡ O, ਜੋ ਕਿ ਕਿਹਦੀ ਫਾਰਮੇਸ਼ਨ ਹੋ ਚੁੱਕੀ ਹੈ, ਦੈਟ ਇਜ਼ ਐਸੀਟੋਫਿਨੋਨ, ਠੀਕ ਹੈ ਨਾ। ਬਹੁਤ ਇੰਪੋਰਟੈਂਟ ਹੈ ਇਹ ਕੰਪਾਊਂਡ ਐਸੀਟੋਫਿਨੋਨ। ਨੈਕਸਟ ਹੈ ਜੀ ਫਰੋਮ ਫਰੀਡਲ ਕਰਾਫਟ ਐਸਾਈਲੇਸ਼ਨ, ਠੀਕ ਹੈ। ਫਰੋਮ ਫਰੀਡਲ ਕਰਾਫਟ ਐਸਾਈਲੇਸ਼ਨ ਦਾ ਮਤਲਬ ਹੈ ਕਿ ਅਸੀਂ ਜੋ ਹੈ CH3COCl ਅਗੇਨ ਇੱਥੇ ਫੇਰ ਆਏਗਾ ਹੈ ਨਾ, ਐਸਾਈਲੇਸ਼ਨ ਦੀ ਗੱਲ ਹੋ ਰਹੀ ਹੈ। ਜੇਕਰ ਸਿੰਪਲ ਬੈਂਜੀਨ ਦੇ ਵਿੱਚ ਅਸੀਂ ਗੱਲ ਕਰੀਏ, ਇਹਨੂੰ ਰਿਐਕਟ ਕਰਵਾਈਏ ਕਿਹਨੂੰ ਭਲਾ, ਐਸਿਟਿਕ ਕਲੋਰਾਈਡ ਨੂੰ, ਤਾਂ ਕੀ ਹੋਏਗਾ ਸਾਡੇ ਕੋਲ AlCl ਦੀ ਪ੍ਰੈਜ਼ੈਂਸ ਦੇ ਵਿੱਚ ਹੀ ਹੁੰਦਾ AlCl3 ਦੀ ਪ੍ਰੈਜ਼ੈਂਸ ਦੇ ਵਿੱਚ ਐਸਾਈਲੇਸ਼ਨ ਹੁੰਦੀ ਹੈ। ਸੋ ਹੁੰਦਾ ਕੀ ਹੈ, ਇਹਨੂੰ ਤੁਸੀਂ ਮੇਨ ਜਿਹੜਾ ਹੈ ਦੇਖੋ, ਇਹ ਵਾਲਾ ਕੰਪਾਊਂਡ ਜਿਹੜਾ ਇੰਨਾ ਪੋਰਸ਼ਨ ਹੈ, ਠੀਕ ਹੈ, ਇਹ ਕਿੱਥੇ ਲੱਗ ਜਾਏਗਾ, ਇਸ ਪੋਜੀਸ਼ਨ ਤੇ ਆ ਕੇ ਲੱਗ ਜਾਏਗਾ। ਤੇ ਜੋ ਹੁੰਦਾ HCl, ਇੱਥੋਂ ਇੱਕ H ਪ੍ਰੈਜ਼ੈਂਟ ਹੁੰਦਾ ਇਸ ਪੋਜੀਸ਼ਨ ਦੇ ਉੱਤੇ ਤੇ ਉਹ H ਤੇ ਇਹ Cl, ਠੀਕ ਹੈ ਨਾ, ਇੱਥੇ H ਹੋਊਗਾ, ਉਹ H ਤੇ ਇਹ Cl ਜਿਹੜੇ ਨੇ ਦੋਨੋਂ ਰਿਮੂਵ ਹੋ ਜਾਣਗੇ ਤੇ ਉਹਦੀ ਪਲੇਸ ਤੇ ਕੀ ਲੱਗ ਜਾਏਗਾ, ਇਹ ਪਲੇਸ ਉਹਦੀ ਲੈ ਲੇਗਾ ਤੇ ਸਾਡੇ ਕੋਲ ਕੀ ਬਣ ਜਾਏਗਾ, ਐਸੀਟੋਫਿਨੋਨ। ਐਸੀਟੋਫਿਨੋਨ ਕਿਹਦੀ ਕੈਟੇਗਰੀ 'ਚ ਆ ਗਿਆ, ਕੀਟੋਨਸ ਦੀ ਕੈਟੇਗਰੀ ਦੇ ਵਿੱਚ ਹੀ ਆ ਜਾਂਦਾ ਹੈ। ਨੈਕਸਟ ਹੈ ਜੀ ਰੀਮਨ ਟੀਮਨ ਰਿਐਕਸ਼ਨ। ਇਹ ਵੀ ਅਸੀਂ ਆਲਰੇਡੀ ਕਰ ਚੁੱਕੇ ਹਾਂ ਰਿਐਕਸ਼ਨ, ਠੀਕ ਹੈ ਨਾ। ਟੈਸਟ ਦੇ ਵਿੱਚ ਵੀ ਕਰਵਾਈ ਸੀ, ਥਿਊਰੀ ਦੇ ਵਿੱਚ ਵੀ ਕਰਵਾਈ ਸੀ, ਲਾਸਟ ਵੀਡੀਓਜ਼ ਦੇ ਵਿੱਚ ਤੁਸੀਂ ਦੇਖਿਆ ਹੋਣਾ। ਦੈਟ ਇਜ਼ ਫਿਨੋਲ। ਫਿਨੋਲ ਦੇ ਵਿੱਚ ਅਸੀਂ ਕੀ ਲੈਂਦੇ ਹੁੰਦੇ ਹਾਂ, ਦੈਟ ਇਜ਼ ਕਲੋਰੋਫੋਮ ਐਂਡ NaOH। ਜਦੋਂ ਤੁਸੀਂ ਦੋਨਾਂ ਨੂੰ ਐਡ ਕਰੋਗੇ ਫਿਨੋਲ ਦੇ ਵਿੱਚ ਤਾਂ ਤੁਸੀਂ ਦੇਖ ਸਕਦੇ ਹੋ ਇੱਥੇ ਜੋ OH ਵਾਲਾ ਬੌਂਡ ਹੁੰਦਾ ਉਹ ਬ੍ਰੇਕ ਹੋ ਜਾਏਗਾ ਤੇ ਤੁਸੀਂ ਦੇਖ ਸਕਦੇ ਹੋ ਇਹ ਤੁਹਾਡੇ ਕੋਲ ਪ੍ਰੋਡਕਟ ਬਣੇਗਾ। ਬਟ ਸਾਨੂੰ ਕੀ ਹੈ, ਸਾਨੂੰ ਕੀ ਚਾਹੀਦਾ, ਸੈਲਸੈਲਡੇਹਾਈਡ ਹੈ ਨਾ। ਸੈਲਸੈਲਡੇਹਾਈਡ ਚਾਹੀਦਾ ਤਾਂ ਇੱਥੇ OH ਲਾਉਣਾ ਪੈਣਾ ਤਾਂ ਅਸੀਂ ਕੀ ਕਰਦੇ ਹਾਂ, ਵਾਟਰ ਐਡ ਕਰ ਦਿੰਦੇ ਹਾਂ ਇਹਦੇ ਵਿੱਚ ਤਾਂ Na ਪੋਜ਼ੀਟਿਵ ਦੀ ਜਗ੍ਹਾ ਤੇ ਕੀ ਲੱਗ ਜਾਂਦਾ Hg ਨੂੰ। ਇਹ ਜਿਹੜਾ ਕੰਪਾਊਂਡ ਬਣ ਜਾਂਦਾ, ਇਸ ਕੰਪਾਊਂਡ ਦਾ ਨਾਮ ਕੀ ਹੁੰਦਾ, ਦੈਟ ਇਜ਼ ਸੈਲਸੈਲਡੇਹਾਈਡ। ਓਕੇ ਜੀ, ਸੋ ਇਹ ਸੀਗੀਆਂ ਰਿਐਕਸ਼ਨਸ ਆਫ ਐਲਡੀਹਾਈਡਸ ਐਂਡ ਕੀਟੋਨਸ ਜੋ ਕਿ ਇਹਨਾਂ ਦੇ ਪ੍ਰੈਪਰੇਸ਼ਨ ਮੈਥਡ ਸੀਗੇ, ਠੀਕ ਹੈ ਨਾ। ਨੈਕਸਟ ਗੱਲ ਕਰ ਲੈਂਦੇ ਹਾਂ ਫਿਜ਼ੀਕਲ ਪ੍ਰੋਪਰਟੀਜ਼ ਬਾਰੇ,
ठीक है जी। फिर ये पार्ट जिहड़ा है साडा कंप्लीट हो जाएगा। फिजिकल प्रॉपर्टीज ऑफ एल्डिहाइड्स एंड कीटोन्स, वैरी सिंपल। फिजिकल स्टेट की गल करिए तो जिहड़े लोअर मैंबरस हुंदे ने मोस्टली गैसिज की फॉर्म च हुंदे ने, ते जिहड़े हायर मैंबरस हुंदे ने सॉलिड की फॉर्म दे विच हुंदे ने, क्योंकि जिवें जिवें साइज़ वधदा है, मॉलीक्यूलर मास वधदा है, ਉਹਦੇ ਨਾਲ ਕੀ ਹੁੰਦਾ ਵੈਂਡਰ ਵਾਲ ਫੋਰਸਿਸ ਜਿਹੜੀਆਂ ਨੇ ਇਨਕਰੀਜ਼ ਹੋਣ ਲੱਗ ਜਾਂਦੀਆਂ ਨੇ ਤੇ ਸੋਲਿਡ ਦੀ ਜਿਹੜੀ ਹੈਗੀ ਆ ਫਾਰਮ ਲੈ ਲੈਂਦੀਆਂ ਨੇ। ਸੋਲੂਬਿਲਿਟੀ ਦੀ ਗੱਲ ਕਰੀਏ, ਜਿਹੜੇ ਲੋਅਰ ਮੈਂਬਰਸ ਹੁੰਦੇ ਨੇ ਸੋਲੂਬਲ ਹੁੰਦੇ ਨੇ ਵਾਟਰ ਦੇ ਵਿੱਚ, ਐਚ ਬੌਂਡਿੰਗ ਦੀ ਫਾਰਮੇਸ਼ਨ ਕਰਦੇ ਨੇ, ਠੀਕ ਹੈ ਨਾ। ਤੇ ਜਿਹੜੇ ਹਾਇਰ ਮੈਂਬਰਸ ਹੁੰਦੇ ਨੇ, ਠੀਕ ਹੈ ਨਾ, ਉਹ ਜਿਹੜੇ ਨੇ ਉਹ ਫਾਰਮੇਸ਼ਨ ਨਹੀਂ ਕਰਦੇ ਕਿਹਦੀ, ਐਚ ਬੌਂਡ ਦੀ। ਮੀਨਸ ਹਾਇਰ ਮੈਂਬਰ ਜਿਹੜੇ ਹੁੰਦੇ ਨੇ ਐਲਡੀਹਾਈਡ ਦੇ ਜਾਂ ਕੀਟੋਨ ਦੇ, ਉਹ ਸੋਲੂਬਲ ਨਹੀਂ ਹੁੰਦੇ ਵਾਟਰ ਦੇ ਵਿੱਚ, ਠੀਕ ਹੈ ਨਾ, ਕਿਉਂਕਿ ਉਹਨਾਂ ਦਾ ਜਿਹੜਾ ਨੌਨ ਪੋਲਰ ਪਾਰਟ ਹੈ ਉਹ ਕੀ ਕਰ ਜਾਂਦਾ, ਇਨਕਰੀਜ਼ ਕਰ ਜਾਂਦਾ। ਜੇ ਉਹ ਇਨਕਰੀਜ਼ ਕਰ ਜਾਂਦਾ ਤਾਂ ਸੋਲੂਬਿਲਿਟੀ ਕੀ ਹੋ ਜਾਂਦੀ ਹੈ, ਡਿਕਰੀਜ਼ ਹੋ ਜਾਂਦੀ ਹੈ। ਨੈਕਸਟ ਗੱਲ ਕਰਦੇ ਹਾਂ ਬੋਇਲਿੰਗ ਪੁਆਇੰਟ ਵਿਚ ਇਜ਼ ਮੋਸਟ ਇੰਪੋਰਟੈਂਟ। ਦੇਖੋ ਬੋਇਲਿੰਗ ਪੁਆਇੰਟਸ ਨੂੰ ਨਾ ਆਪਾਂ ਐਗਜ਼ਾਮਪਲ ਦੇ ਤੌਰ 'ਤੇ ਸਮਝਦੇ ਹਾਂ, ਐਗਜ਼ਾਮਪਲ ਨਾਲ ਸਮਝਦੇ ਹਾਂ। ਮੇਰੇ ਕੋਲ ਕੀ ਨੇ, ਮੈਨੇ ਆਪਣੇ ਕੋਲ ਨਾ 5 ਕੰਪਾਊਂਡਸ ਲਏ ਨੇ, ਠੀਕ ਹੈ ਨਾ, ਜੋ ਹੁਣ ਤੱਕ ਵੈਸੇ ਆਪਾਂ ਪੜ੍ਹ ਵੀ ਚੁੱਕੇ ਹਾਂ। ਇੱਕ ਲਿਆ ਮੈਨੇ ਹਾਈਡਰੋਕਾਰਬਨ, ਈਥਰਸ ਐਂਡ ਅਲਕੋਹਲਸ ਐਂਡ ਐਲਡੀਹਾਈਡ ਐਂਡ ਕੀਟੋਨ। ਤਾਂ ਸਭ ਤੋਂ ਪਹਿਲਾਂ ਤੁਹਾਨੂੰ ਇਹੀ ਯਾਦ ਰੱਖਣਾ ਵੀ ਕੁਛ ਵੀ ਆ ਜਾਏ, ਸਭ ਤੋਂ ਜ਼ਿਆਦਾ ਜਿਹੜਾ ਬੋਇਲਿੰਗ ਪੁਆਇੰਟ ਹੁੰਦਾ ਨਾ ਹਾਇਰ, ਉਹ ਦੋ ਦਾ ਹੀ ਹੁੰਦਾ। ਇੱਕ ਹੁੰਦਾ ਅਲਕੋਹਲਸ ਜਾਂ ਫਿਰ ਆਪਾਂ ਕਹਿ ਸਕਦੇ ਹਾਂ ਕਾਰਬੋਕਸਿਲਿਕ ਐਸਿਡਸ, ਬਟ ਕਾਰਬੋਕਸਿਲਿਕ ਐਸਿਡਸ ਹਜੇ ਅਸੀਂ ਨਹੀਂ ਪੜ੍ਹਿਆ, ਸੋ ਇਸ ਕਰਕੇ ਉਹਨੂੰ ਡਿਸਕਸ ਨਹੀਂ ਕਰਾਂਗੇ। ਜਿੰਨਾ ਪੜ੍ਹ ਚੁੱਕੇ ਉਹਨੂੰ ਡਿਸਕਸ ਕਰਾਂਗੇ। ਅਲਕੋਹਲਸ ਦਾ ਸਭ ਤੋਂ ਵੱਧ ਜਿਹੜਾ ਹੁੰਦਾ ਹੈ ਬੋਇਲਿੰਗ ਪੁਆਇੰਟ ਹੁੰਦਾ, ਇਸ ਕਰਕੇ ਇਹਨੂੰ ਨੰਬਰ 1 ਦੇਵਾਂਗੇ। ਸੈਕਿੰਡ 'ਤੇ ਸਭ ਤੋਂ ਜ਼ਿਆਦਾ ਹੁੰਦਾ ਹੈ ਕਿਹਦਾ, ਕੀਟੋਨ ਦਾ ਬੋਇਲਿੰਗ ਪੁਆਇੰਟ। ਥਰਡ 'ਤੇ ਹੁੰਦਾ ਹੈ ਐਲਡੀਹਾਈਡਸ ਦਾ। ਫੋਰਥ 'ਤੇ ਹੁੰਦਾ ਈਥਰਸ ਦਾ। ਫਿਫਥ 'ਤੇ ਕਿਹਦਾ ਹੁੰਦਾ, ਦੈਟ ਇਜ਼ ਹਾਈਡਰੋਕਾਰਬਨਸ ਦਾ, ਠੀਕ ਹੈ ਨਾ। ਸੋ ਇਹਦੇ ਨਾਲ ਕੀ ਹੁੰਦਾ, ਇਹਨਾਂ ਦੇ ਕਾਰਨ ਕੀ ਨੇ, ਠੀਕ ਹੈ ਨਾ। ਅਲਕੋਹਲ ਦਾ ਸਭ ਤੋਂ ਜ਼ਿਆਦਾ ਹਾਈਐਸਟ ਬੋਇਲਿੰਗ ਪੁਆਇੰਟ ਕਿਉਂ ਹੁੰਦਾ ਹੈ, ਕਿਉਂਕਿ ਇਹਦੇ ਵਿੱਚ ਸਭ ਤੋਂ ਜ਼ਿਆਦਾ ਜਿਹੜੀ ਹੈ ਹਾਈਡਰੋਜਨ ਬੌਂਡਿੰਗ ਜਿਹੜੀ ਆ ਉਹ ਪ੍ਰੈਜ਼ੈਂਟ ਹੁੰਦੀ ਆ। ਸੈਕਿੰਡ 'ਤੇ ਆ ਜਾਂਦਾ ਕੀਟੋਨ। ਇਹਨਾਂ ਦੋਨਾਂ ਨੂੰ ਕੰਪੈਰੀਜ਼ਨ ਕਰੀਏ ਜੇ ਆਪਾਂ, ਸਭ ਤੋਂ ਜ਼ਿਆਦਾ ਕਿਹਦਾ ਹੁੰਦਾ, ਇਹਨਾਂ ਦੋਨਾਂ 'ਚੋਂ ਕੀਟੋਨ ਦਾ ਹੁੰਦਾ, ਕਿਉਂਕਿ ਇਹਦੇ ਵਿੱਚ ਕੀ ਹੈ, ਜਿਹੜੇ ਇਹ ਦੋਨੋਂ ਨੇ ਨਾ, ਇਹ ਡੋਨੇਟਿੰਗ ਗਰੁੱਪਸ ਹੁੰਦੇ ਨੇ। ਜੇ ਡੋਨੇਟਿੰਗ ਗਰੁੱਪਸ ਨੇ, ਕੀਟੋਨ ਨੂੰ ਕੀ ਕਰ ਰਹੇ ਨੇ, ਹੋਰ ਜ਼ਿਆਦਾ ਪੋਲਰ ਬਣਾ ਰਹੇ ਨੇ। ਜਿੰਨਾ ਜ਼ਿਆਦਾ ਕੋਈ ਪੋਲਰ ਕੰਪਾਊਂਡ ਹੋਏਗਾ ਉਹਨਾਂ ਉਹਦਾ ਕੀ ਹੋਏਗਾ, ਮੀਨਸ ਬੋਇਲਿੰਗ ਪੁਆਇੰਟ ਹਾਈ ਹੋਏਗਾ। ਇਹਦੇ ਵਿੱਚ ਸਿਰਫ ਇੱਕੋ ਹੀ ਜਿਹੜਾ ਹੈਗਾ ਡੋਨੇਟਿੰਗ ਗਰੁੱਪ ਹੈ, ਸੋ ਇਹਦਾ ਜਿਹੜਾ ਆਪਾਂ ਕਹਿ ਸਕਦੇ ਹਾਂ, ਠੀਕ ਹੈ, ਡਿਫਰੈਂਸ ਹੁੰਦਾ ਕੀਟੋਨ ਤੇ ਐਲਡੀਹਾਈਡ ਦਾ, ਉਹਦੇ ਵਿੱਚੋਂ ਕੀਟੋਨ ਦਾ ਜ਼ਿਆਦਾ ਹੁੰਦਾ ਹੈਗਾ ਕੀ ਬੋਇਲਿੰਗ ਪੁਆਇੰਟ। ਜੇਕਰ ਆਪਾਂ ਈਥਰਸ ਦੀ ਗੱਲ ਕਰੀਏ, ਈਥਰਸ ਦੇ ਵਿੱਚ ਹਾਈਡਰੋਜਨ ਬੌਂਡਿੰਗ ਆਪਾਂ ਕਹਿ ਸਕਦੇ ਹਾਂ ਬਹੁਤ ਘੱਟ ਹੁੰਦੀ ਹੈ, ਹੁੰਦੀ ਜ਼ਰੂਰ ਹੈ ਬਟ ਘੱਟ ਹੁੰਦੀ ਹੈ, ਲੈਸ ਕਹਿ ਸਕਦੇ ਹਾਂ। ਇਸ ਕਰਕੇ ਇਹਨੂੰ 4th ਨੰਬਰ ਦੇਵਾਂਗੇ। ਬਟ ਜਿਹੜੇ ਹਾਈਡਰੋਕਾਰਬਨਸ ਹੁੰਦੇ ਨੇ, ਹਾਈਡਰੋਕਾਰਬਨਸ ਦੇ ਵਿੱਚ ਤਾਂ ਹਾਈਡਰੋਜਨ ਬੌਂਡਿੰਗ ਬਿਲਕੁਲ ਹੀ ਨਹੀਂ ਹੁੰਦੀ, ਜ਼ੀਰੋ, ਨੋ ਬੌਂਡਿੰਗ। ਸੋ ਇਸ ਕਰਕੇ ਇਹਨਾਂ ਦਾ ਬੋਇਲਿੰਗ ਪੁਆਇੰਟ ਕੀ ਹੈ, ਲਾਸਟ 'ਤੇ ਚਲਾ ਜਾਂਦਾ ਹੈ, ਠੀਕ ਹੈ ਨਾ। ਸੋ ਤੁਸੀਂ ਦੇਖ ਸਕਦੇ ਹੋ, ਆਹ ਇਹਨਾਂ ਦੇ ਰੀਜ਼ਨਸ ਲਿਖੇ ਹੋਏ ਨੇ, ਨੋਟ ਕਰ ਸਕਦੇ ਹੋ। ਵੈਸੇ ਮੈਂ ਤੁਹਾਨੂੰ ਸਮਝਾ ਚੁੱਕੀ ਹਾਂ, ਨੋਟ ਕਰਨੇ ਆ ਕਰ ਲਓ, ਠੀਕ ਹੈ ਨਾ। ਨੈਕਸਟ ਹੈ ਹਾਈਐਸਟ ਬੋਇਲਿੰਗ ਪੁਆਇੰਟ ਆਫ ਐਲਡੀਹਾਈਡ ਕੀਟੋਨ। ਮੈਂ ਆਲਰੇਡੀ ਇਹ ਵੀ ਸਮਝਾਤਾ ਕਿ ਕੀਟੋਨ ਦਾ ਜਿਹੜਾ ਹੁੰਦਾ ਹੈ ਬੋਇਲਿੰਗ ਪੁਆਇੰਟ ਹਾਈਐਸਟ ਹੁੰਦਾ। ਸੋ ਨੈਕਸਟ ਜਿਹੜਾ ਹੈ ਦੈਟ ਇਜ਼, ਅਗਰ ਆਪਾਂ ਇਹਨਾਂ ਦੋਨਾਂ ਦੀ ਗੱਲ ਕਰੀਏ, ਇੱਕ ਇਹ ਵਾਲੇ ਕੰਪਾਊਂਡ ਦੀ ਤੇ ਇੱਕ ਇਹ ਵਾਲੇ ਗਰੁੱਪ ਦੀ, ਇਸ ਗਰੁੱਪ ਨੂੰ ਕਿਹਾ ਜਾਂਦਾ ਕਾਰਬੋਨਿਲ ਗਰੁੱਪ, ਠੀਕ ਹੈ, ਜੋ ਕਿ ਅਸੀਂ ਐਲਡੀਹਾਈਡ ਕੀਟੋਨ ਦੇ ਵਿੱਚ ਪੜ੍ਹ ਰਹੇ ਹਾਂ। ਇਹ ਅਸੀਂ ਆਲਰੇਡੀ ਡਿਸਕਸ ਕਰ ਚੁੱਕੇ ਹਾਂ। ਐਲਕੀਨਸ ਦੀ ਫਾਰਮੇਸ਼ਨ ਦੀ ਗੱਲ ਕਰਦੇ ਹਾਂ। ਐਲਕੀਨ ਦੇ ਵਿੱਚ ਮੋਸਟਲੀ ਕਹਿੰਦੇ ਇਹ ਕੀ ਹੁੰਦੇ ਨੇ, ਇਲੈਕਟ੍ਰੋਫਿਲਿਕ ਐਡੀਸ਼ਨਲ ਰਿਐਕਸ਼ਨ ਕਰਵਾਉਂਦੇ ਨੇ, ਹੈ ਨਾ। ਬਟ ਜਿਹੜੇ ਕਾਰਬੋਨਿਲ ਗਰੁੱਪ ਹੁੰਦੇ ਨੇ ਨਿਊਕਲੀਓਫਿਲਿਕ ਸਬਸਟੀਟਿਊਸ਼ਨ ਰਿਐਕਸ਼ਨ ਕਰਵਾਉਂਦੇ ਨੇ, ਠੀਕ ਹੈ ਜੀ। ਕਿਉਂ ਕਰਵਾਉਂਦੇ ਨੇ ਇਹ ਇਲੈਕਟ੍ਰੋਫਿਲਿਕ ਕਿਉਂ ਕਰਾਉਂਦੇ ਨੇ, ਕਿਉਂਕਿ ਇਹ ਇਲੈਕਟ੍ਰੋਨ ਰਿਚ ਕੰਪਾਊਂਡਸ ਹੁੰਦੇ ਨੇ, ਠੀਕ ਹੈ ਨਾ, ਇਲੈਕਟ੍ਰੋਨ ਰਿਚ ਹੁੰਦੇ ਨੇ। ਸੋ ਇਹਨਾਂ ਕੋਲ ਇਲੈਕਟ੍ਰੋਨਸ ਜਿਹੜੇ ਨੇ ਇਲੈਕਟ੍ਰੋਨ ਰਿਚ ਹੋਣ ਕਰਕੇ ਇਲੈਕਟ੍ਰੋਫਿਲਿਕ ਸਬਸਟੀਟਿਊਸ਼ਨ ਕਰਵਾਉਂਦੇ ਨੇ। ਇਲੈਕਟ੍ਰੋਫਿਲਿਕ ਹੁੰਦੇ ਨੇ ਕਿਹੜੇ, ਪੋਜ਼ਿਟਿਵ ਚਾਰਜ, ਠੀਕ ਹੈ ਨਾ। ਨਿਊਕਲੀਓਫਿਲਿਕ ਇਹਨਾਂ ਦੇ ਕੋਲ ਇਲੈਕਟ੍ਰੋਨਸ ਜਿਹੜੇ ਨੇ ਇਲੈਕਟ੍ਰੋਨ ਡੈਫੀਸ਼ੀਐਂਟ ਕੰਪਾਊਂਡ ਹੁੰਦੇ ਨੇ, ਇਸ ਕਰਕੇ ਇਹ ਕਿਹੜੀ ਰਿਐਕਸ਼ਨ ਕਰਵਾਉਂਦੇ ਨੇ, ਨਿਊਕਲੀਓਫਿਲਿਕ ਸਬਸਟੀਟਿਊਸ਼ਨ ਰਿਐਕਸ਼ਨ ਕਰਵਾਉਂਦੇ ਨੇ, ਠੀਕ ਹੈ ਜੀ। ਇਹਨੂੰ ਕਾਰਬੋਨਿਲ ਗਰੁੱਪ ਵੀ ਕਿਹਾ ਜਾਂਦਾ। ਸੋ ਦਿਸ ਇਜ਼ ਆਲ ਅਬਾਊਟ ਯਰ ਐਲਡੀਹਾਈਡਸ ਐਂਡ ਕੀਟੋਨਸ। ਪ੍ਰੈਪਰੇਸ਼ਨ ਮੈਥਡਸ ਹੋ ਗਏ ਅੱਜ, ਤੇ ਹੋਰ ਕੀ ਹੋ ਗਿਆ ਆਪਣਾ, ਦੈਟ ਇਜ਼ ਫਿਜ਼ੀਕਲ ਪ੍ਰੋਪਰਟੀਜ਼, ਠੀਕ ਹੈ ਨਾ। ਸੋ ਇਹਦੇ ਨਾਲ ਕੀ ਹੈਗਾ, ਪਾਰਟ 1 ਦੇ ਵਿੱਚ ਜਿੰਨਾ ਵੀ ਹੋ ਗਿਆ, ਠੀਕ ਹੈ, ਇਹਨੂੰ ਪੜ੍ਹ ਲਓ ਤੁਸੀਂ, ਚੰਗੀ ਤਰ੍ਹਾਂ ਨੋਟ ਡਾਊਨ ਕਰ ਲਓ। ਜੇ ਵੀਡੀਓ ਤੁਹਾਨੂੰ ਪਸੰਦ ਆਈ ਹੈ ਤਾਂ ਲਾਈਕ ਜ਼ਰੂਰ ਕਰ ਦਿਆ ਕਰੋ, ਸਬਸਕ੍ਰਾਈਬ ਵੀ ਕਰ ਦਿਓ, ਠੀਕ ਹੈ, ਸੋ ਦੈਟ ਨੋਟੀਫਿਕੇਸ਼ਨ ਜਿਹੜੀ ਹੈ ਤੁਹਾਨੂੰ ਟਾਈਮ ਟੂ ਟਾਈਮ ਮਿਲਦੀ ਰਹੇ। ਐਂਡ ਜਿਹੜਾ ਹੈ ਵੀਡੀਓਜ਼ ਜਿਹੜੀ ਵੀ ਤੁਸੀਂ ਦੇਖਦੇ ਹੋ, ਇਹਨਾਂ ਨੂੰ ਸ਼ੇਅਰ ਵੀ ਕਰ ਦਿਆ ਕਰੋ। ਅਗਰ ਕੋਈ ਮੀਨਸ +2 ਦੇ ਵਿੱਚ ਹੈ, ਠੀਕ ਹੈ, ਨੀਅਰ ਡੀਅਰ, ਤਾਂ ਤੁਸੀਂ ਉਹਨਾਂ ਨੂੰ ਵੀ ਜ਼ਰੂਰ ਸ਼ੇਅਰ ਕਰਿਆ ਕਰੋ ਇਹ ਵੀਡੀਓਜ਼, ਜੇਕਰ ਤੁਹਾਨੂੰ ਲੱਗਦਾ ਵੀ ਹਾਂਜੀ ਇਹ ਹੈਲਪਫੁਲ ਨੇ, ਠੀਕ ਹੈ ਨਾ, ਯੂਜ਼ਫੁਲ ਰਹਿਣਗੀਆਂ ਸਟੂਡੈਂਟਸ ਵਾਸਤੇ, ਤਾਂ ਜ਼ਰੂਰ ਸ਼ੇਅਰ ਕਰਿਆ ਕਰੋ, ਠੀਕ ਹੈ ਜੀ। ਸੋ ਨੈਕਸਟ ਪਾਰਟ ਲੈ ਕੇ ਆਵਾਂਗੇ ਆਪਾਂ ਕੱਲ੍ਹ, ਠੀਕ ਹੈ।
ਬਣਾਉਣ ਦੀ ਪੂਰੀ ਕੋਸ਼ਿਸ਼ ਕਰਾਂਗੀ ਮੈਂ ਅਪਲੋਡ ਕਰਨ ਦੀ। ਸੋ ਥੈਂਕ ਯੂ ਸਟੂਡੈਂਟਸ, ਥੈਂਕ ਯੂ ਅਲਾਟ।